ਪਰਵਤਿਗਾਰ ਵਿਸਾਰੀ। ਕਵੀ ਜੀ ਦੱਸ ਰਹੇ ਆ ਦੀਨ ਨਾਂ ਦਾ ਤੁਰਕ ਰਹਿੰਦਾ ਹੈ ਤੇ ਹੰਕਾਰੀ ਐਡਾ ਸੀ ਕਿ ਜੋ ਇਹਦੇ ਮਨ 'ਚ ਆਉਂਦਾ ਸੀ ਉਹੀ ਉਹ ਕਰਦਾ ਸੀ ਤੇ ਬੜਾ ਹੰਕਾਰੀ ਹੋ ਗਿਆ ਸੀ। ਤਿਸਕੇ ਚਿਨਤ ਈਂਟ ਥੁਰ ਗਈ, ਕਿਤ ਤੇ ਹਾਥ ਨ ਆਵਤ ਭਈ। ਇਹ ਵੀ ਆਪਣੇ ਮਕਾਨ ਮਕੂਨ ਜੇ ਤਿਆਰ ਕਰਵਾ ਰਿਹਾ ਸੀ, ਜਿਉਂ ਇਹਨਾਂ ਚਿਣਤੀ ਸ਼ੁਰੂ ਕੀਤੀ, ਕੰਮ ਸ਼ੁਰੂ ਹੋਇਆ ਤੇ ਇੱਟਾਂ ਘਟ ਗਈਆਂ ਇਹਨਾਂ ਦੀ ਜੋ ਮਕਾਨਾਂ ਦੀ ਉਸਾਰੀ ਵਿੱਚ। ਇਹ ਵੇਖਣ ਵੀ ਇੱਟਾਂ ਕਿੱਥੋਂ ਮਿਲ ਸਕਦੀਆਂ ਹਨ। ਅਟਕ ਰਹੀ ਤਿਸ ਕਾਰ ਉਸਾਰੀ, ਖੋਜ ਰਹੇ ਨਹ ਨਿਕਟ ਨਿਹਾਰੀ। ਇਹਨਾਂ ਵੇਖਿਆ ਕਿ ਕਾਰ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹ ਤੇ ਅਟਕ ਗਿਆ, ਰੁਕ ਗਿਆ। ਹੁਣ ਇੱਟਾਂ ਕਿੱਥੋਂ ਲੈ ਕੇ ਆਈਏ। ਤਬ ਕਿਸ ਹੂਨੇ ਤਹਿ ਸੋ ਕਹਿਓ, ਸੁਨੋ ਕਾਜ ਮੈਂ ਤੁਮਰੋ ਲਹਿਓ। ਕਿਸੇ ਨੇ ਨੂਰਦੀਨ ਅਤੇ ਦਾ ਪੁੱਤਰ ਸੀ ਅਮਰੁਦੀਨ, ਇਹਨੂੰ ਦੱਸਿਆ ਕਿ ਪਤਾ ਮੈਨੂੰ ਤੈਨੂੰ ਇੱਟਾਂ ਦੀ ਕਮੀ ਹੈ, ਤੇਰੀਆਂ ਇੱਟਾਂ ਘਟ ਗਈਆਂ ਹਨ। ਸ੍ਰੀ ਗੁਰੂ ਰਾਮਦਾਸ ਕੇ ਨੰਦ, ਕਰਵਾਵਤ ਹੈ ਤਾਲ ਬਿਲੰਦ। ਕਿਸੇ ਚੁਗਲ ਨੇ ਆਖਿਆ ਕਿ ਤੈਨੂੰ ਮੈਂ ਦੱਸ ਦਿੰਦਾ ਰਾਹ, ਤੂੰ ਇਉਂ ਕਰ, ਤੇਰੇ ਤੋਂ ਬਿਲਕੁਲ 2.5-3 ਕੋਹ ਦੀ ਵਿੱਥ ਤੇ ਜਾਣੀ 5-7 ਕਿਲੋਮੀਟਰ ਕਹਿ ਲਓ, ਇੰਨੀ ਕੁ ਦੂਰ 'ਤੇ ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਉਹ ਕਾਰ ਸੇਵਾ ਕਰਵਾ ਰਹੇ ਆ, ਉਹ ਸਰੋਵਰ ਬਣਾ ਰਹੇ ਆ, ਗੁਰੂ ਘਰ ਬਣਵਾ ਰਹੇ ਹਨ। ਤਿਨਕੇ ਆਵੇ ਭਏ ਤਿਆਰ, ਬੜੀ ਈਦ ਕਾ ਪਾਕੀ ਸਾਰ। ਔਰ ਇਸ ਚੁਗਲ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਕੋਲ ਸੰਗਤ ਬੜੀ ਪ੍ਰੇਮ ਵਾਲੀ ਆਉਂਦੀ ਹੈ, ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇੱਟਾਂ ਤਿਆਰ ਕਰਦੀਆਂ ਨੇ। ਉਹਨਾਂ ਦੇ ਆਵੇ ਪੱਠੇ ਛੋਟੇ ਛੋਟੇ ਹੁੰਦੇ ਸਨ, ਆਵਿਆਂ ਵਿੱਚ ਇੱਟਾਂ ਪੱਕੀਆਂ ਪਈਆਂ ਨੇ, ਬਿਲਕੁਲ ਤਿਆਰ ਹਨ। ਸੇ ਅਨਵਾਏ ਲਿਹੋ ਇਸ ਥਾਨ, ਸਰਕਾਰ ਤੁਮਰੋ ਹਿਤ ਠਾਨ। ਤੂੰ ਇਉਂ ਕਰ, ਤੈਨੂੰ ਕਿਹੜਾ ਰੋਕਣ ਵਾਲਾ ਹੈ ਕੋਈ, ਤੈਨੂੰ ਕਿਹੜਾ ਟੋਕਣ ਵਾਲਾ, ਤੈਨੂੰ ਜਵਾਬ ਥੋੜ੍ਹਾ ਕੋਈ ਦੇ ਸਕਦਾ। ਫਿਰ ਕੀ ਹੈ ਜੇ ਗੁਰੂ ਘਰ ਦਾ ਕੰਮ ਰੁਕ ਜਾਏਗਾ। ਆਪਣਾ ਕੰਮ ਨਹੀਂ ਕਹਿੰਦਾ ਰੁਕਣਾ ਚਾਹੀਦਾ, ਤੂੰ ਜਾ ਕੇ ਉਹ ਇੱਟਾਂ ਮੰਗਵਾ ਲੈ ਇੱਥੇ ਆਪਣੇ ਕੋਲ। ਅਪਰ ਨਿਕਟ ਦ੍ਰਿਸ਼ਟੀ ਨਹਿ ਆਵੈ, ਦੂਰ ਹੋਏ ਤਾਂ ਕੌਣ ਸੋ ਲਿਆਵੈ। ਇਹ ਤਾਂ ਬਿਲਕੁਲ ਨੇੜੇ ਦੀ ਨੇੜੇ ਸਰਦਾ ਹੈ, ਜੇ ਕਿਤੇ ਦੂਰ ਹੋਣਗੀਆਂ ਉੱਥੋਂ ਲਿਆਉਣੀਆਂ ਵੀ ਔਖੀਆਂ ਨੇ। ਇੱਥੇ ਗੁਰੂ ਘਰ ਦਾ ਕੰਮ ਰੋਕ ਦਿਓ ਤੇ ਆਪਣੀ ਸਰਾਂ ਬਣਾ ਲਓ। ਇਹ ਕਿਸੇ ਮੂਰਖ ਮੱਤ ਵਾਲੇ ਸਾਹਿਬ ਦੇ ਜੋ ਕਾਰਜ ਜੋ ਸਾਨੂੰ ਮੰਨਣਾ ਚਾਹੀਦਾ। ਉਤੋਂ ਖਾਨ ਸੋਪਾਵਾਨ, ਪਰ ਇੱਕ ਅਮਾਨਤ ਖਾਨ ਨਾਂ ਦਾ ਪੱਟੀ ਆਪਣਾ ਵੀ ਕੰਮ ਕਰਾ ਰਿਹਾ ਸੀ ਤੇ ਉਹਨੇ ਦੇਖੇ ਵੀ ਕੰਮ ਰੁਕੇ ਤੇ ਲੋੜ ਹੈ। ਉਤੋਂ ਤਰਨ ਤਾਰੇ, ਚਹਟ ਈਟ ਕਾ ਚਿਨਨ ਕਨੇਰੇ। ਉਹਨੂੰ ਵੀ ਇੱਟਾਂ ਚਾਹੀਦੀਆਂ ਸੀ, ਉਹ ਵੀ ਤਰਨ ਤਾਰਨ ਸਾਹਿਬ ਦੇ ਨੇੜੇ ਹੀ ਪੈਂਦਾ ਵੀ ਟਿਕਾਣਾ। ਗ੍ਰਾਮ ਨਰੰਗਾਦ ਮਝਾਰ, ਰਾਹਕ ਧਨਾੜ ਉਦਾਰ। ਉਹ ਨਰੰਗਾਵਾਦ ਪਿੰਡ ਪੈਂਦਾ ਹੈ, ਨੇੜੇ ਤੇੜੇ ਸਾਰੇ ਜ਼ਿਮੀਂਦਾਰ ਵਸਣ। ਬੂਝਨ ਕੀਨ ਆਏ ਈਟ ਕਾ। ਉਹ ਕਿਸੇ ਬੰਦੇ ਨੂੰ ਸੀ ਕਿ ਇੱਥੋਂ ਮਿਲ ਸਕਦੀਆਂ। ਮੈਸਰ ਆਏ ਅਬ ਲਾਗਨ, ਪਾਦਸ਼ਾਹ ਸਫੁਰ ਮਾਵਨ। ਇਹ ਦੋਵੇਂ ਇਹ ਗੱਲ ਹੋਈ ਤੇ ਮੈਂ ਵੀ ਸਰਾਂ ਬਣਾਉਣੀ। ਖਾਨ ਕਹਿੰਦਾ ਉਧਰੋਂ ਦੇ ਵੀ ਸਰਾਂ ਸੀ, ਉਹ ਨਾਮ ਹੈ ਹੁਣ ਨੂਰੀ ਸਰਾਂ ਪੈ। ਇਹ ਗੱਲ ਨਰੰਗਾਲਾ ਖਾਨ ਕੇ ਨੇ ਹੁਕਮ, ਪਠਾਨ ਨੇ ਆਪੋ ਆਪਣੇ ਇੱਕ ਵਧੀਆ ਐਸ਼ ਦਾ ਪ੍ਰਬੰਧ ਸਰਾਵਾਂ ਤਾਂ ਜਾਂਦੇ ਰਾਈਆਂ ਬੰਦਿਆਂ ਨੂੰ ਸਰਕਾਰੀ ਮਤਲਬ ਕੋਈ ਦਿੱਕਤ ਨਾ ਰਹਿਣ ਦੀ, ਤੇ ਇਹ ਬਣਾ ਰਹੇ ਸਨ। ਸਾਬਨ ਕੋਹ ਦੀਨ ਮਨ ਪਰ ਕਰਹਾਨ। ਆਖਿਆ ਕਿ ਬਾਰੇ ਜਿੰਨੇ ਉਮਰ ਥਾਂ ਦੇ ਕਿਤੇ ਆਪਣੇ ਲੱਕ ਥਾਂ ਦੇਖ ਲਾ, ਉਹ ਇੱਕ ਚੰਗੀ ਥਾਂ ਬਣਾਓ ਤੇ ਕਮਰੇ ਹੋਣ
ਤੇ ਤੁਹਾਨੂੰ ਤੇ ਸਾਰੀ ਜੇ ਹੋਵੇਗੀ। ਨੂਰ ਹੋ ਜੇ ਢਿਗੇ ਦੇਹ ਕਹਿੰਦੇ ਹੈ। ਅਮਾਨਤ ਦਾ ਆਪਾਂ ਨੋਜੇ ਕੋਲ ਜਾਈਏ, ਆਪਾਂ ਆਖੀਏ ਕਿ ਸਾਨੂੰ ਇੱਥੋਂ ਮਿਲਦੀ ਉਹ ਟੱਕਾ ਦਿਓ। ਉਨਤ ਚੌਧਰੀ ਹਲਾਦ ਹਮ ਜੋ ਬਸਾ ਬਾਦ। ਅੱਗੋਂ ਕਿਸੇ ਚੌਂ ਜਿੱਥੇ ਗੰਗਾਵਾਦ ਵਸਦਾ ਸੀ, ਇਸ ਕੈ ਈਟ ਕਥ ਵੀ ਲਿਉ ਇਤਾਥ। ਇੱਥੇ ਜੇ ਮਿਲਾਂ ਤੇ ਮੈਂ ਵੀ ਲਾਂ। ਕੈ ਨੂਰ ਗਇਓ ਸਰਾਇ ਭਇਓ। ਉਹ ਲਾਓ ਕੀ ਬੰਦਾ ਕੋਲ ਜਿੱਥੇ ਪੜਨ ਦੇ ਲਈ ਔਰ ਦੇ ਹੁਕਮ ਬਣਵਾ ਰਹੇ। ਕਹੀ ਅਮਾ ਕੀ ਸੋਲਿਓ ਸਮ ਮੁਸਕ। ਇਹਨੇ ਨੂਰਦੀਨ ਚ ਜਦੋਂ ਬੰਦਾ ਇਹਨੇ ਜਗਤ ਖਾਨ ਦਾ ਸੁਨੇਹਾ ਕਿ ਨੂਰਦੀਨ ਅੰਤ ਖਾਨ ਨੂੰ ਵੀ ਕੁਝ ਕੀਆਂ ਨੇ ਤੂੰ ਨੂਰ ਕੇ ਕਹਿਣ ਦਾ ਵੀ ਮੈਨੂੰ ਰਹਿ ਕੋਈ ਜਾ ਤੇ ਆਪ ਹੋਇਆ ਸ੍ਰੀ ਉਹ ਵਿਸਾਰ ਸਾਵਤ ਤਾਰ। ਇਹਨੇ ਖਾਨ ਤਾਂ ਲੱਗਦਾ ਇੰਦਦੇ ਨੂੰ ਮਾਰਾ ਇਹਨਾਂ ਦੀ ਦੁਨੀਆ ਦੀ ਹੈ। ਉਹ ਸਿੜੇ ਇੱਕ ਕੋਈ ਦਾ ਸੁਰਾਰੇ ਤਿਆਰੇ ਸੌਣ ਲਈ ਸੀ ਤਿਆਰ ਹੋਏ ਦੁਆਰਾ ਹਨ। ਹੋ ਬਿਵਾਏ ਬੜੀ ਭਲੇ ਉਹੀ ਸਾਰੇ ਆਏ ਹੋਏ ਦੀਆਂ ਇੱਟਾਂ ਵੀ ਬੱਕੀਆਂ ਹੋਈਆਂ ਬਣੀਆਂ ਇੱਟਾਂ ਹਨ। ਉਹਨਾਂ ਖਜ ਅਰ ਹੋਏ ਰੋ ਲਿਓ ਨ ਕਰਹਿ ਪੁਕੋ। ਕਹਿਆ ਅਮਾਨਤ ਕੰਮ ਵੀ ਹੋ ਜਾ ਤੇਰਾ ਵੀ ਹੋ ਜਾਏ। ਆਪਸੀ ਰਲ ਕੇ ਲੈ ਚੁੱਕਿਆ ਤੇ ਗੱਲ ਜਦੋਂ ਇਹ ਚੁੱਕੇ ਫਿਰ ਉਹਨਾਂ ਬਾਤ ਕਰਨੀ ਆ ਹੋਏ ਤੇ ਸਾਡੇ ਰਾਹ ਅਸੀਂ ਉਹ ਇਸ ਨੂੰ ਕਿਹੜਾ ਰੋ ਇਹ ਆਪਣੇ ਦੁਰਵਰਨ ਲਈ ਨੇ ਇੱਕ ਗੱਲ ਲਾ ਲਿਓ ਬਰੀ ਤੁਮ ਨਾ ਕਿਉਂ। ਅੱਗੋਂ ਜੇ ਗੁਰੂ ਕਰ ਦਿੱਤੀ ਫੇਰ ਕਹਿਣ ਲੱਗੇ ਆਪਾਂ ਨੂੰ ਪੁੱਛ ਗਈਆਂ ਆਪਾਂ ਤੇ ਟਿਕਣੀਆਂ ਨੇ ਬਸ ਇੰਨਾ ਕੁ ਵੀ ਦੱਸ ਦਿਓ, ਉਧਾਰ ਦੇ ਦਿਓ ਮੋੜ ਦਿਆਂਗੇ। ਬਸ ਇਦਾਂ ਕਹਿ ਕੇ ਚੱਕ ਲਓ। ਉਹਨਾਂ ਦੀ ਹਾਂ ਨਾ ਦੀ ਉਡੀਕ ਥੋੜਾ ਕਰਨੀ, ਕੰਮ ਤੇ ਕਰਨਾ ਹੀ ਹੈ ਧੱਕੇ ਨਾਲ। ਜੇ ਹਾਂ ਕਹਿ ਦੇਣ ਤਾਂ ਵੀ ਭਲਾ, ਨਾ ਕਹਿ ਦੇਣ ਜਦੋਂ ਨੂੰ ਕੁਝ ਕਰਨਗੇ ਆਪਾਂ ਭਰ ਕੇ ਇੱਟਾਂ ਦੇ ਰੇੜੇ ਗੱਡੇ ਬਸ ਆਪਣੇ ਕੋਲ ਲੈ ਆਵਾਂਗੇ। ਇਵ ਮਸਲਤ ਕਰ ਆਪਸ ਮਾਹੀ ਫਿਰਤ ਚੌਧਰੀ ਨੇ ਠਹਿਰਾਈ। ਇਉਂ ਆਪਸ ਦੇ ਵਿੱਚ ਇਹਨਾਂ ਨੇ ਸਲਾਹ ਕੀਤੀ ਤੇ ਚੌਧਰੀ ਸੀ ਜਿਹੜਾ ਇਹਨੇ ਆਖਿਆ ਜੀ ਤਾਂ ਗੱਲ ਠੀਕ ਹੈ, ਮੈਂ ਵੀ ਆਇਆ, ਮੈਨੂੰ ਵੀ ਖਰਚਾ ਦਿਓ। ਆਏ ਵਹਰ ਤੇ ਲੀਏ ਪਜਾਵੇ ਨਿਜ ਨਿਜ ਗ੍ਰਾਮਨ ਈਟ ਢਵਾਵੇ। ਇਉਂ ਜੀ ਬਾਹਰ ਆਇਆ, ਇਹਨਾਂ ਨੇ ਬੰਦੇ ਇਕੱਠੇ ਕਰ ਲਏ ਆਪੋ ਆਪਣੇ ਨਗਰਾਂ ਤੋਂ ਜਿੱਧਰ ਜਿੱਧਰ ਇੱਟਾਂ ਲੈ ਕੇ ਜਾਣੀਆਂ ਸਨ। ਸਿੱਖ ਕੁਲਾਲ ਆਏ ਗੁਰ ਪਾਸ ਹੱਥ ਜੋੜ ਕੀ ਨਸ ਅਰਦਾਸ। ਇਹ ਆਏ ਆ ਕੇ ਇਹਨਾਂ ਨੇ ਤਾਂ ਜੀ ਪਜਾਵੇ ਲੈ ਲਏ, ਜਾਣੀ ਇੱਟਾਂ ਚੁੱਕ ਲਈਆਂ ਕਿ ਤਰਨ ਸਾਹਿਬ ਇੱਟਾਂ ਚੁੱਕ ਕੇ ਗੱਡੀਆਂ 'ਚ ਭਰ ਲਈਆਂ ਤੇ ਆਪੋ ਆਪਣੇ ਨਗਰਾਂ ਨੂੰ ਲੈ ਕੇ ਤੁਰ ਗਏ। ਜਿਹੜੇ ਸਿੱਖ ਇੱਟਾਂ ਬਣਾਉਣ ਵਾਲੇ ਸਨ, ਸੇਵਾ ਕਰਦੇ ਸਨ, ਉਹਨਾਂ ਬਥੇਰਾ ਆਖਿਆ ਕਿ ਭਾਈ ਕੀ ਕਰਦੇ ਹੋ, ਇਹ ਤਾਂ ਗੁਰੂ ਕੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ, ਸੇਵਾ ਵਿੱਚ ਰੁਕ ਜਾਏਗੀ। ਪਰ ਇਹ ਅੱਗੋਂ ਇੰਨੀ ਕੁ ਗੱਲ ਕਹਿ ਗਏ ਜੀ ਅਸੀਂ ਕਿਹੜਾ ਤੁਹਾਡੀਆਂ ਫਰੀ ਮੰਗਦੇ ਹਾਂ, ਉਧਾਰ ਦੇ ਦਿਓ, ਮੁੜ ਕੇ ਦੇ ਦਾਂਗੇ ਕਦੇ ਜਦੋਂ ਹੋਈਆਂ ਸਾਡੇ ਕੋਲ। ਇਉਂ ਕਹਿ ਕੇ ਇੱਟਾਂ ਚੁੱਕ ਕੇ ਲੈ ਗਏ ਧੱਕੇ ਦੇ ਨਾਲ। ਤੇ ਗੁਰਸਿੱਖ ਜਿਹੜੇ ਸੇਵਾਦਾਰ ਸਨ ਉਹਨਾਂ ਦਾ ਜ਼ੋਰ ਨਾ ਕੋਈ ਚੱਲਾ। 2-4 ਦਿਨੇ ਸਨ, ਬਹੁਤਿਆਂ ਅੱਗੇ ਕੀ ਉਹਨਾਂ ਬੋਲਣਾ ਸੀ। ਉਹ ਛੇਤੀ ਦਿਨੇ ਗੁਰੂ ਅਰਜਨ ਦੇਵ ਜੀ ਕੋਲ ਆਏ। ਤੁਰਕ ਸਮੂਹ ਵਹਰ ਚਲੇ ਗਏ ਹੁਕਮ ਕਰਤ ਹਮ ਸਾਥ ਅਲਾਏ। ਉਹਨਾਂ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ ਮਹਾਰਾਜ ਬਹੁਤ ਸਾਰੇ ਤੁਰਕ ਆਏ ਆ ਤੇ ਇੱਟਾਂ ਚੁੱਕ ਕੇ ਲੈ ਗਏ ਨੇ ਧੱਕੇ ਨਾਲ। ਨੂਰੋਦੀਨ ਅਮਾਨਤ ਖਾਨ ਦੋਨੋਂ ਨਿਕਟ ਚਿਨਾਏ ਮਕਾਨ। ਮਹਾਰਾਜ ਜੀ ਨੂਰਦੀਨ ਅਤੇ ਅਮਾਨਤ ਖਾਨ ਇਹ ਦੋਵੇਂ ਉਮਰਾਓ ਹਨ ਬਾਦਸ਼ਾਹ ਦੇ ਕੋਲ। ਇਹ ਆਪੋ ਆਪਣੇ ਮਕਾਨ ਤਿਆਰ ਕਰਨ ਲੱਗੇ ਆ ਤੇ ਗੁਰੂ ਘਰ ਦੀਆਂ ਇੱਟਾਂ, ਗੁਰੂ ਘਰ ਦਾ ਚੂਨਾ, ਗੁਰੂ ਘਰ ਦਾ ਸਮਾਨ ਧੱਕੇ ਨਾਲ ਚੁੱਕ ਕੇ ਲੈ ਗਏ ਨੇ। ਚਾਹੇ ਈਟ ਕਾ ਤਿਨਕੋ ਭਈ ਕਰ ਉਧਾਰ ਤੁਮ ਤੇ ਹਮ ਲਈ। ਇਹਨਾਂ ਨੂੰ ਇੱਟਾਂ ਚਾਹੀਦੀਆਂ ਸਨ। ਜਾਂਦੇ ਜਾਂਦੇ ਇੰਨੀ ਕੁ ਗੱਲ ਕਹਿ ਗਏ ਕਿ ਅਸੀਂ ਤੁਹਾਡੇ ਤੋਂ ਉਧਾਰ ਖੜੀਆਂ ਨੇ, ਉਧਾਰ ਮੁੜ ਕੇ ਤੁਹਾਡੀਆਂ ਮੋੜ ਦਿਆਂਗੇ। ਇਹ ਕਹਿ ਲਗੇ ਲਦਾਵਨ ਗਾਡੇ ਗਿਣਤੀ ਮਿਣਤੀ ਦੀਨਸ ਛਾਡੇ। ਇੰਨੀ ਕੁ ਗੱਲ ਕਹੀ ਤੇ ਗੱਡਿਆਂ 'ਚ ਲਦਾਉਣੀਆਂ ਸ਼ੁਰੂ ਕਰ ਦਿੱਤੀਆਂ।
ਨਾ ਗਿਣਤੀ ਕੀਤੀ ਨਾ ਮਿਣਤੀ ਕੀਤੀ, ਉਹ ਤੇ ਸਭ ਕੁਝ ਲੈ ਗਏ ਜੀ। ਸੁਨ ਬੋਲੇ ਸ੍ਰੀ ਅਰਜਨ ਨਾਥ, ਹਮਕੋ ਕਿਆ ਹੈ ਗਿਣਤੀ ਸਾਥ। ਜਦੋਂ ਇਹ ਗੱਲ ਆਖੀ ਨਾ ਸੇਵਾਦਾਰ ਨੇ, ਮਹਾਰਾਜ ਗਿਣਤੀ ਤੋਂ ਬਿਨਾਂ ਹੀ ਲੈ ਗਏ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਨਾ ਭਾਈ, ਸਾਨੂੰ ਕੋਈ ਗਿਣਤੀ ਦਾ ਨਹੀਂ ਲੈਣਾ ਦੇਣਾ, ਆਪਾਂ ਕੀ ਲੈਣਾ ਗਿਣਤੀ ਤੋਂ। ਜਹਾਂ ਈਂਟ ਕਾ ਲਗਾ ਹਮਾਰੀ, ਤਹਿ ਕੀ ਲਿਆਵਹਿ ਜੜਾਂ ਉਖਾਰੀ। ਔਰ ਮਹਾਰਾਜ ਕਹਿੰਦੇ ਗੁਰੂ ਘਰ ਦੀ ਇੱਟ ਹੈ। ਧਿਆਨ ਰੱਖਿਓ ਸਾਧ ਸੰਗਤ, ਇਹ ਗੱਲ ਸੁਣਨ ਵਾਲੀ ਆ। ਇਹ ਗੁਰੂ ਘਰ ਦੇ ਸਿੱਖਾਂ ਦੀ ਦਸਵੰਧ ਦੀ ਕਮਾਈ ਹੈ। ਇਹ ਇੱਟ ਜਿੱਥੇ ਜਾ ਕੇ ਲੱਗੂਗੀ ਜਿਸ ਘਰ ਨੂੰ, ਉਸ ਘਰ ਦੀਆਂ ਜੜਾਂ ਤੱਕ ਪੁੱਟ ਲਿਆਏਗੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਵੀ ਜਾ ਕੇ ਇਹ ਇੱਟ ਗੁਰੂ ਘਰ ਦੀ ਲੱਗੂਗੀ, ਉਹਦੀਆਂ ਜੜਾਂ ਵੀ ਖੇੜ ਲਿਆਏਗੀ। ਇਸ ਲਈ ਫਿਕਰ ਨਾ ਕਰੋ, ਗੁਰੂ ਘਰ ਦੀ ਚੀਜ਼ ਗੁਰੂ ਘਰ ਆਏਗੀ। ਸਰਬ ਕੋਟ ਚੋਹ ਗਿਰਦ ਵਿਸ਼ਾਲਾ, ਟਹਿ ਆਵਹਿ ਏਠਾ ਜਿਸ ਕਾਲਾ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਕਿਲੇ ਉਸਾਰ ਲੈਣ, ਜਿੰਨੀਆਂ ਮਰਜ਼ੀ ਸਰਾਵਾਂ ਬਣਾ ਲੈਣ, ਮਹਾਰਾਜ ਕਹਿੰਦੇ ਢਹਿ ਜਾਣਗੇ। ਤੇ ਜਿੰਨੀਆਂ ਗੁਰੂ ਘਰ ਦੀਆਂ ਇੱਟਾਂ ਹੋਣਗੀਆਂ, ਉਨੀਆਂ ਇੱਥੇ ਹੀ ਆਉਣਗੀਆਂ। ਤਬ ਇਹ ਪੂਰਨ ਹੋਏ ਤੜਾਗ, ਕਰਹਿ ਸਿੱਖ ਮੇਰੋ ਵੱਡ ਭਾਗ। ਤੇ ਮਹਾਰਾਜ ਕਹਿਣ ਲੱਗੇ, ਕਹਿੰਦੇ ਇਹ ਸਰੋਵਰ ਉਦੋਂ ਹੀ ਪੂਰਾ ਹੋਏਗਾ ਜਦੋਂ ਉਹ ਇੱਟਾਂ ਆਉਣਗੀਆਂ ਇੱਥੇ। ਵੱਡੇ ਭਾਗਾਂ ਵਾਲੇ ਸਿੱਖ ਹੋਣਗੇ, ਉਹ ਆਪੇ ਹੀ ਆ ਕੇ ਗੁਰੂ ਘਰ ਦੀਆਂ ਚੀਜ਼ਾਂ ਵਸਤੂਆਂ ਇਕੱਠੀਆਂ ਕਰ ਲੈਣਗੇ। ਜਿਹੜੇ ਜਾਬਰ ਜ਼ਾਲਮ ਧੱਕੇ ਨਾਲ ਲੈ ਗਏ, ਉਹਨਾਂ ਤੋਂ ਮੋੜ ਲਿਆਉਣਗੇ। ਇਹ ਗੱਲ ਗੁਰੂ ਅਰਜਨ ਦੇਵ ਜੀ ਨੇ ਆਖੀ। ਸਕਲ ਤੁਰਕ ਕੀ ਜਰਾ ਉਖਾਰ ਹੈ, ਸਨਮੁਖ ਲੜ ਹੈ ਤਾਹੇ ਕੋ ਮਾਰ ਹੈ। ਇਹਨਾਂ ਤੁਰਕਾਂ ਦੀਆਂ ਜੜਾਂ ਹਿਲਾ ਦੇਣਗੇ। ਜੜਾਂ ਉਹਨਾਂ ਦੇ ਅੱਗੇ, ਡਾਢਿਆਂ ਦੇ ਅੱਗੇ, ਉਹ ਸ਼ਸਤਰਧਾਰੀ ਸੂਰਮਿਆਂ ਦੇ ਅੱਗੇ ਦੇਖਾਂਗੇ ਕਿਹੜਾ ਅੜੇਗਾ ਇਹਨਾਂ ਦਾ। ਜਿਹੜਾ ਅੜੇਗਾ ਉਹਨੂੰ ਝਾੜ ਦੇਣਗੇ। ਬ੍ਰਿਧ ਹੈ ਤੇਜ ਹਿੰਦਨ ਕੋ ਜੋਰ, ਤਬ ਇਹ ਤਾਲ ਹੋਏ ਚਹੁ ਔਰ। ਮਹਾਰਾਜ ਕਹਿੰਦੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਹਨਾਂ ਘੋੜਿਆਂ ਵਾਲੇ, ਦਸਤਾਰਾਂ ਵਾਲਿਆਂ ਦਾ ਜ਼ੋਰ ਵਧੇਗਾ ਤੇ ਉਸ ਵੇਲੇ ਇਹ ਸਰੋਵਰ ਪੂਰਾ ਹੋ ਜਾਏਗਾ। ਇਹ ਬਚਨ ਕੀਤਾ ਮਹਾਰਾਜ ਜੀ ਨੇ। ਮੇਲਾ ਹੋਏ ਅਮਸਿਆ ਭਾਰੀ, ਲਹਿ ਕਾਮਨਾ ਲੋਕ ਉਦਾਰੀ। ਮਹਾਰਾਜ ਕਹਿੰਦੇ ਮੱਸਿਆ ਦਾ ਮੇਲਾ ਹੋਇਆ ਕਰੇਗਾ ਇੱਥੇ, ਤੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਇਆ ਕਰਨਗੀਆਂ, ਤੇ ਕਾਮਨਾ ਪੂਰੀ ਹੋਇਆ ਕਰੇਗੀ ਇਸ ਸਥਾਨ ਤੇ। ਰੋਗ ਬ੍ਰਿਧ ਕੋ ਵਰਜਨ ਕਰਹੀ, ਨਾਮ ਤਰਨ ਤਾਰਨ ਸੋ ਉਚਰਹੀ। ਕਹਿੰਦੇ ਇਸ ਸਥਾਨ ਦਾ ਨਾਮ ਤਰਨ ਤਾਰਨ ਹੋਏਗਾ। ਤੇ ਜਿਹੜਾ ਇੱਥੇ ਆਏਗਾ, ਇਸ਼ਨਾਨ ਕਰੇਗਾ ਮੱਸਿਆ ਤੇ, ਉਹਦੇ ਦੋ ਰੋਗ ਕੱਟੇ ਜਾ ਕਰਨਗੇ, ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ। ਦਰਸ ਮਾਸ ਭਾਦਰੋ ਪਦ ਜੋਏ, ਮਹਾ ਮਹਾਤਮ ਇਸ ਕੋ ਹੋਏ। ਮਹਾਰਾਜ ਕਹਿੰਦੇ ਭਾਦਰੋਂ ਦਾ, ਜਿਹੜਾ ਭਾਦੋਂ ਦੇ ਮਹੀਨੇ ਦੀ ਮੱਸਿਆ ਹੋਏਗੀ ਨਾ, ਇਹਦਾ ਮਹੱਤਮ ਬਹੁਤ ਵੱਡਾ ਹੋਏਗਾ। ਸਗਰੇ ਪਾਪ ਵਿਦਾਰਨ ਕਰੈ, ਸ਼ਰਧਾ ਧਰ ਇਸ਼ਨਾਨ ਜੇ ਧਰੈ। ਕਿਉਂਕਿ ਭਾਦੋਂ ਵਾਲੇ ਮਹੀਨੇ ਦੇ ਵਿੱਚ ਮਹਾਰਾਜ ਨੇ ਇਹ ਸਥਾਨ ਦੀ ਸਿਰਜਣਾ ਕੀਤੀ ਸੀ। ਤੇ ਮਹਾਰਾਜ ਕਹਿੰਦੇ ਇਸ ਭਾਦੋਂ ਦੀ ਮੱਸਿਆ ਦੇ ਉੱਤੇ ਜਿਹੜਾ ਵੀ ਗੁਰਸਿੱਖ ਇੱਥੇ ਆਇਆ ਕਰੇਗਾ, ਉਹ ਬਹੁਤ ਵੱਡਾ ਫਲ ਉਹਨੂੰ ਹਾਸਲ ਹੋਏਗਾ। ਇਵ ਕਹਿ ਸਤਿਗੁਰ ਤੂਸ਼ਨ ਰਹੇ, ਚਰਨ ਭੌਰ ਕੋ ਚਿਤ ਮਹਿ ਚਹੇ। ਕਿਉਂ ਕਹਿ ਕੇ ਗੁਰੂ ਅਰਜਨ ਦੇਵ ਜੀ ਚੁੱਪ ਕਰ ਰਹੇ, ਤੇ ਗੁਰੂ ਅਰਜਨ ਦੇਵ ਮਹਾਰਾਜ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਏ। ਇਸ ਦਿਨ ਡੇਰੋ ਤਹੀਂ ਟਿਕਾਏ, ਸ੍ਰੀ ਅਰਜਨ ਚਿਤ ਸ਼ਾਂਤ ਬ੍ਰਿਧਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਦਿਨ ਉੱਥੇ ਤਰਨ ਤਾਰਨ ਸਾਹਿਬ ਹੀ ਡੇਰਾ ਰੱਖਿਆ। ਕਿਸੇ ਨੂੰ ਕੋਈ ਹੁਕਮ ਨਾ ਕੀਤਾ ਕਿ ਜਿਹੜਾ ਕੋਈ ਆਇਆ ਇੱਟਾਂ ਚੁੱਕਣ ਲਈ, ਉਹਨੂੰ ਇੱਥੇ ਫੜ ਲਓ ਜਾਂ ਕੁੱਟ ਦਿਓ ਜਾਂ ਮਾਰ ਦਿਓ। ਜੇ ਕਹਿੰਦੇ ਤਾਂ ਸਿੱਖ ਤੇ ਉਦੋਂ ਵੀ ਤਿਆਰ ਬਰ ਤਿਆਰ ਸਨ। ਬੜਾ ਵੱਡਾ ਮਹਾਰਾਜ ਜੀ ਦੇ ਸਮੇਂ, ਗੁਰੂ ਅਰਜਨ ਦੇਵ ਜੀ ਦੇ ਸਮੇਂ ਬਹੁਤ ਕਹਿ ਲਓ ਵਿਸ਼ਾਲ ਦਾਇਰਾ ਸਿੱਖ ਜਥੇਬੰਦੀ ਦਾ ਹੋ ਚੁੱਕਾ ਸੀ। ਬੜੇ ਸਾਰੇ ਯੋਧੇ ਉਸ ਵੇਲੇ ਵੀ ਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਸਨ, ਪਰ ਗੁਰੂ ਅਰਜਨ ਦੇਵ ਜੀ ਨੇ ਉੱਥੇ ਸ਼ਾਂਤਮਈ ਤਰੀਕੇ ਨਾਲ ਹੀ
ਗੱਲਬਾਤ ਕੀਤੀ ਹੈ। ਨਹੀਂ ਸ਼ਰਾਪ ਤਬ ਕਰੂਰ ਉਚਾਰਸ ਜਿਸ ਤੇ ਦੁਸ਼ਟ ਦਗਦ ਹਵੈ ਛਾਰਸ। ਮਹਾਰਾਜ ਨੇ ਕੋਈ ਵਾਧੂ ਸ਼ਰਾਪ ਇਤਿਆਦਿਕ ਨਹੀਂ ਦਿੱਤਾ, ਨਹੀਂ ਤੇ ਜੇ ਬਚਨ ਕਰਦੇ ਤੇ ਮੌਕੇ ਤੇ ਹੀ ਉਹਨਾਂ ਨੂੰ ਸਵਾਹ ਕਰ ਦੇਣਾ ਸੀ। ਮਹਾਰਾਜ ਨੇ ਇੰਨੀ ਮਹਾਰਾਜ ਕੋਲ ਬਾਹਰੀ ਤਾਕਤ ਵੀ ਸੀ, ਅੰਦਰੂਨੀ ਤਾਕਤ ਵੀ ਸੀ, ਪਰ ਜਿੰਨੀ ਕੁ ਉਹਨਾਂ ਕੀਤੀ ਉਹਦੀ ਜੋ ਉਹਨਾਂ ਨੇ ਕੀਤਾ ਐਕਸ਼ਨ ਉਹਦੇ ਕੀਤੇ ਹੋਏ ਦਾ ਮਹਾਰਾਜ ਨੇ ਦੱਸਿਆ ਵੀ ਅੱਗੇ ਕੀ ਹੋਏਗਾ, ਭਵਿੱਖ ਵਿੱਚ ਇਹਨਾਂ ਦੀ ਕੀਤੀ ਦਾ ਫਲ ਕੀ ਮਿਲੇਗਾ, ਉਹ ਮਹਾਰਾਜ ਨੇ ਦੱਸ ਦਿੱਤਾ। ਛਿਮਾਵਾਨ ਮਹਿ ਸ੍ਰੇਸ਼ਟ ਰੂਪ ਮਹਾਸ਼ਕਤ ਧਰ ਧੀਰ ਅਨੂਪ। ਗੁਰੂ ਮਹਾਰਾਜ ਜੀ ਬੜੀ ਸ਼ਕਤੀ ਦੇ ਮਾਲਕ ਨੇ, ਪਰ ਛਿਮਾਵਾਨ ਮਾਫ ਕਰ ਦੇਣ ਦੀ ਬੜੀ ਵੱਡੀ ਸਮਰੱਥਾ ਗੁਰੂ ਜੀ ਵਿੱਚ ਹੈ। ਸਮ ਦਮ ਕੇ ਜੁਤ ਹਿਰਦਾ ਉਦਾਰ ਧਰਮ ਆਤਮਾ ਸਹਿਤ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਮ ਦਮ ਇਤਿਆਦਿਕ ਜੋ ਆਤਮਿਕ ਗੁਣ ਹਨ ਉਹਨਾਂ ਦੇ ਮਾਲਕ ਹਨ, ਔਰ ਕਹਿ ਲਓ ਉਦਾਰ ਸ੍ਰੇਸ਼ਟ ਹਿਰਦੇ ਦੇ ਮਾਲਕ ਹਨ। ਮਨੋ ਧਰਮ ਕੀ ਤੁਝਾ ਸਰੀਰ ਪਰਿ ਉਪਕਾਰੀ ਪਰਮ ਅਭੀਰ। ਮਾਨੋ ਕਿ ਧਰਮ ਦੀ ਤੁਜਾ ਹਨ ਮਹਾਰਾਜ, ਜਨਮ ਮਰਨ ਨੂੰ ਕੱਟਣ ਵਾਲੇ ਹਨ। ਜਮ ਬਸ ਜੀਵ ਨਰਕ ਮੋਹ ਪਰਤੇ ਤਿਨਹੁ ਬਿਲੋਕਤ ਕਰੁਣਾ ਕਰਤੇ। ਤੇ ਮਹਾਰਾਜ ਪਰਉਪਕਾਰੀ ਬੜੇ ਵੱਡੇ ਹਨ, ਮਹਾਸੂਰਮੇ ਹਨ, ਜੀਵਾਂ ਦੀ ਜਨਮ ਅਤੇ ਮਰਨ ਦੀ ਪੀੜਾ ਕੱਟਦੇ ਹਨ। ਸਾਧ ਸੰਗਤ ਜਿਹੜਾ ਵੀ ਕੋਈ ਉਹਨਾਂ ਦੇ ਦਰਸ਼ਨ ਕਰਦਾ ਹੈ ਉਹਨਾਂ ਤੇ ਦਇਆ ਕਰਦੇ, ਤਰਸ ਕਰਦੇ ਹਨ। ਭਲੇ ਪੰਥ ਪਰ ਸੁਖ ਕੋ ਪਾਵੈ ਇਸ ਪ੍ਰਕਾਰ ਕੇ ਬਿਉਤ ਬਨਾਵੈ। ਤੇ ਮਹਾਰਾਜ ਤੇ ਲੋਕਾਂ ਨੂੰ ਸਹੀ ਮਾਰਗ ਦੱਸਦੇ, ਸੱਚਾ ਸੁੱਚਾ ਪੰਥ। ਭਲੇ ਪੰਥ ਪਰ ਸੁਖ ਕੋ ਪਾਵੈ ਇਸ ਪ੍ਰਕਾਰ ਕੇ ਬਿਉਂਤ ਬਣਾਵੈ। ਇੱਦਾਂ ਦੀ ਬਿਉਂਤ, ਇੱਦਾਂ ਦਾ ਯਤਨ ਗੁਰੂ ਜੀ ਕਰਦੇ ਅਤੇ ਸੰਗਤਾਂ ਨੂੰ ਦੱਸਦੇ, ਜਿਹਦੇ ਕਰਕੇ ਜੀਵ ਸਹੀ ਮਾਰਗ ਤੇ ਚੱਲੇ ਤੇ ਸੁਖੀ ਹੋ ਸਕੇ, ਜਨਮ ਮਰਨ ਦੇ ਚੱਕਰ ਤੋਂ ਬਚ ਸਕੇ। ਤੀਰਥ ਕੀ ਤਬ ਕਾਰ ਹਟਾਏ ਲਖਿਓ ਭਵਿਖਿਅਤ ਜਿਮ ਹਵੈ ਜਾਏ। ਗੁਰੂ ਜੀ ਨੇ ਆਖਿਆ ਭਾਈ ਸਿੱਖੋ, ਹੁਣ ਇਸ ਤਰਨ ਤਾਰਨ ਸਾਹਿਬ ਅਸਥਾਨ ਦੀ ਜਿੰਨੀ ਸੇਵਾ ਹੋ ਗਈ ਉਨੀ ਠੀਕ ਹੈ, ਬਾਕੀ ਜਿਹੜੀਆਂ ਇੱਟਾਂ ਲੈ ਗਏ ਨੇ ਉਹ ਜਿਨ੍ਹਾਂ ਦੇ ਲਈ ਇਹ ਕਾਰਜ ਕਰ ਰਹੇ ਆ ਉਹ ਆਪੇ ਕਰ ਲੈਣਗੇ। ਆਉਣ ਵਾਲੇ ਸਮੇਂ ਉੱਤੇ ਛੱਡ ਦਿਓ, ਇਹ ਕੰਮ ਸਿੰਘ ਸੂਰਮੇ ਆਪੇ ਕਰ ਲੈਣਗੇ। ਭਵਿੱਖਕ ਵਾਕ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤੇ। ਅਜਰ ਜਰਨ ਨਿਸਠਤ ਬ੍ਰਹਮ ਗਿਆਨੀ ਮੋਹ ਵਿਦਾਨ ਉਚਰਤ ਬਾਨੀ। ਤੇ ਮਹਾਰਾਜ ਜੀ ਤੇ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇਣ ਵਾਲੀ, ਮੋਹ ਕੱਟਣ ਵਾਲੀ, ਮਾਇਆ ਕੱਟਣ ਵਾਲੀ ਧੁਰਕੀ ਬਾਣੀ ਦਾ ਉਪਦੇਸ਼ ਦੇ ਰਹੇ ਹਨ। ਨੈਣ ਰਸੀਲੇ ਕਰੁਣਾ ਰਸੇ ਜਿਨ ਮਹਿ ਪ੍ਰੇਮ ਰਹਿ ਨਿਤ ਬਸੇ। ਗੁਰੂ ਜੀ ਦੇ ਨੈਣ ਕਰੁਣਾ ਅਤੇ ਦਇਆ ਦੇ ਭਰੇ ਹੋਏ, ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਕਹਿ ਲੋ ਕਿ ਪ੍ਰੇਮ ਹੀ ਪ੍ਰੇਮ ਵਸਿਆ ਹੈ। ਜਸ ਗੁਰ ਕਾ ਬਰ ਤਖਤ ਬਿਰਾਜੇ ਦਰਸ ਹੈ ਸ਼ਹਿ ਸਰਧਾ ਅਗ ਭਾਜੇ। ਸਾਧ ਸੰਗਤ ਜੀ ਜਗਤ ਦੀ ਗੁਰਤਾ ਗੱਦੀ ਦੇ ਮਾਲਕ ਗੁਰਿਆਈ ਤਖਤ ਤੇ ਬੈਠੇ, ਤੇ ਜਿਹੜਾ ਵੀ ਕੋਈ ਦਰਸ਼ਨ ਕਰਦਾ ਹੈ ਨਾ ਤੇ ਸ਼ਰਧਾ ਦੇ ਸਹਿਤ ਉਹਨਾਂ ਦੇ ਪਾਪ ਕੱਟੇ ਜਾਂਦੇ ਹਨ। ਨੂਰੋ ਦੀਨ ਅਮਾਨਤ ਖਾਨ ਤਿਨਹੁ ਸੁਨੀ ਸੁਧ ਸਗਰੀ ਕਾਨ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਵਚਨ ਨੂਰਦੀਨ ਦੇ ਤੱਕ ਪਹੁੰਚੇ, ਅਮਾਨਤ ਖਾਨ ਤੱਕ ਪਹੁੰਚੇ, ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਵਚਨ ਕੀਤਾ, ਕਿ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ ਕੋਈ ਨਾ ਭਾਈ ਲੈ ਗਏ, ਇਹ ਲਿਜਾਣ ਵਾਲੇ ਡਾਢੇ ਆ ਤੇ ਮੋੜਨ ਵਾਲੇ ਵੀ ਆ ਜਾਣਗੇ। ਜੇ ਇੱਟਾਂ ਲੈ ਗਏ ਆ ਤਾਂ ਕੋਈ ਗੱਲ ਨਹੀਂ, ਉਹ ਵੀ ਆਉਣਗੇ ਜਿਹੜੇ ਗੁਰੂ ਘਰ ਦੀ ਵਸਤੂ ਮੋੜ ਲਿਆਉਣਗੇ। ਇਹ ਕਿਹੜੇ ਹੰਕਾਰ ਵਿੱਚ ਤੁਰੇ ਫਿਰਦੇ ਆ। ਜਦੋਂ ਇਹ ਗੱਲ ਇਹਨਾਂ ਨੇ ਸੁਣੀ, ਜਿਹੜੀਆਂ ਕੋਈ ਵੇਚਣ ਵਾਸਤੇ ਨੇ, ਜੇ ਵੇਚਣ ਵਾਸਤੇ ਮੁੱਲੇ ਲੈਣੀਆਂ ਸੀ ਹੋਰ ਬਥੇਰੀ ਥਾਂ ਤੋਂ ਮਿਲਦੀਆਂ ਉੱਥੋਂ ਲੈ ਲੈਂਦੇ, ਪਰ ਤੁਸੀਂ ਹੈਂਕੜ ਕੀਤੀ, ਢਿੰਗਾ ਜੋਰੀ ਕੀਤੀ ਹੈ, ਆਪਣੀ ਜ਼ੋਰ ਦਿਖਾਣਾ ਚਾਹਿਆ, ਤਾਕਤ ਦੀ ਅਜਮਾਇਸ਼ ਕੀਤੀ ਹੈ ਵੀ ਸਾਡਾ ਕੋਈ ਕੀ ਵਿਗਾੜ ਲਏਗਾ। ਤੇ ਮਹਾਰਾਜ ਕਹਿੰਦੇ ਜ਼ੋਰ ਕੀਤਾ ਨਾ, ਜ਼ੋਰ ਬਾਣੀ 'ਚ ਵਚਨ ਕੀਤਾ, ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ
ले जवाब खुदाए। दफ्तर दई जब काढ़ है तब होएगो कौन सहाय। ਜਦੋਂ ਜਿਹੜਾ ਜ਼ੋਰ ਕੀਤਾ ਨਾ ਉਹ ਜ਼ੁਲਮ ਹੈ। ਤੇ ਤੁਸੀਂ ਹੁਣ ਮੁੱਲ ਪਤਾ ਕਿਹੜਾ ਤੁਹਾਡਾ ਬਹੀ ਤੇ ਗੁਰੂ ਘਰ ਦੀ ਬਹੀ ਤੇ ਲਿਖਿਆ ਗਿਆ। ਤੁਸੀਂ ਮੁੱਲ ਦੇ ਗਏ, ਪੈਸੇ ਦੇ ਗਏ ਤੁਸੀਂ ਬਦਲੇ 'ਚ। ਇੱਟਾਂ ਲੈ ਗਏ ਕਾਹਦੇ ਬਦਲੇ? ਜ਼ੋਰ ਦੇ ਬਦਲੇ, ਧੱਕੇ ਦੇ ਬਦਲੇ, ਜ਼ੁਲਮ ਕਰਕੇ ਧੱਕੇ ਨਾਲ ਲੈ ਕੇ ਗਏ ਹੋ। सोई मोल देहे हम तुम्हें जब ही आए जाएगो समय। ਗੁਰੂ ਘਰ ਨਾ ਵੱਧ ਲੈਂਦਾ ਨਾ ਘੱਟ ਲੈਂਦਾ। ਜੋ ਚੀਜ਼ ਤੁਸੀਂ ਦਿੱਤੀ ਆ ਨਾ ਉਹੀ ਤੁਹਾਨੂੰ ਮਿਲੂ। ਸਮਾਂ ਆਉਣ ਦਿਓ। ਤੁਸੀਂ ਜ਼ੋਰ ਨਾਲ ਗੁਰੂ ਘਰ ਦੀਆਂ ਇੱਟਾਂ ਲੈ ਗਏ ਹੋ ਨਾ, ਤੇ ਯਾਦ ਰੱਖਿਓ ਸਮਾਂ ਆਊਗਾ ਉਸੇ ਮੁੱਲ ਨਾਲ, ਜਣੀ ਜ਼ੋਰ ਨਾਲੇ ਦੁਬਾਰਾ ਲਿਆਉਣ ਵਾਲੇ ਫੇਰ ਲੈ ਆਉਣਗੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ, ਇਹ ਐਵੇਂ ਨਹੀਂ ਸੀ ਇਹ ਬਚਨ ਕਿਹਾ ਹੋਇਆ ਮਹਾਰਾਜ ਦਾ। ਇਹ ਬਚਨ ਮਹਾਰਾਜ ਨੇ ਪੂਰਾ ਵੀ ਹੋਇਆ। ਅੱਗੇ ਦੱਸਦੇ ਹਾਂ ਕਦੋਂ ਹੋਇਆ। हमरे सिख हवै हैं बल भारी निज बल कर ले नीव बुखारी। ਮਹਾਰਾਜ ਨੇ ਬਚਨ ਕੀਤਾ ਸਮਾਂ ਆਏਗਾ, ਖਾਲਸੇ ਪੈਦਾ ਹੋਣਗੇ, ਸਿੱਖ ਬਣਨਗੇ, ਸੂਰਮੇ ਯੋਧੇ ਹੋਣਗੇ। ਤੇ ਮਹਾਰਾਜ ਕਹਿੰਦੇ ਉਹ ਤਾਕਤ ਵਾਲੇ ਹੋਣਗੇ ਤੇ ਉਹ ਆਪਣੀ ਤਾਕਤ ਨਾਲ ਇਹੀ ਇੱਟਾਂ ਇੱਕ ਇੱਕ ਇੱਟ ਜੀ ਤੇ ਗੁਰੂ ਕੀ ਮੋਹਰ ਲੱਗੀ ਆ ਵਾਪਸ ਮੋੜ ਕੇ ਲਿਆਉਣਗੇ। है सदन जे पाक बनाए यही ईंट का लग है आए। ਕਹਿੰਦੇ ਜਿਹੜੇ ਤੁਸੀਂ ਪੱਕੇ ਮਕਾਨ ਬਣਾ ਰਹੇ ਹੋ ਨਾ ਢਹਿ ਜਾਣਗੇ ਤੇ ਇਹਨਾਂ ਹੀ ਇੱਟਾਂ ਨਾਲ ਫਿਰ ਇਹ ਸਰੋਵਰ ਬਣੇਗਾ। जिम बल मोल तुम होने दीन ईंट पजावन की सब लीन। ਤੁਸੀਂ ਧੱਕੇ ਦੇ ਨਾਲ ਜ਼ੋਰ ਦੇ ਨਾਲ ਲੈ ਗਏ ਹੋ ਨਾ ਇੱਟਾਂ ਆਵਿਆਂ ਚੋਂ ਕੱਢ ਕੇ। ਹਾਂਜੀ, सो बल मोल देहेंगे तुमको तबै त्यार तीरथ होए हमको। ਕਹਿੰਦੇ ਉਸੇ ਹੀ ਮੁੱਲ, ਜਿਸ ਮੁੱਲ ਤੁਸੀਂ ਲੈ ਗਏ ਹੋ ਉਸੇ ਮੁੱਲ ਸਿੰਘ ਮੋੜ ਕੇ ਲਿਆਣਗੇ ਤੇ ਇਹ ਸਰੋਵਰ ਉਦੋਂ ਹੀ ਤਿਆਰ ਹੋਏਗਾ। ਮਹਾਰਾਜ ਕਹਿੰਦੇ ਹੁਣ ਨਹੀਂ ਕਰਨਾ ਸੀ, ਹੁਣ ਨਹੀਂ ਕਰਨ ਲੱਗੇ। ਉਹਨਾਂ ਚਿਰ ਉਡੀਕ ਕਰੇਗਾ ਇਹ ਸਰੋਵਰ ਤੇ ਉਹ ਜਦੋਂ ਆਉਣਗੇ ਯੋਧੇ ਬਲੀ ਤੇ ਆਪੇ ਮੋੜ ਲਿਆਉਣਗੇ। अब ते जाए कहो हो ए बात तीरथ बन है तुर्क कर घात। ਤੇ ਹੁਣ ਜਾ ਕੇ ਉਹਨਾਂ ਨੂੰ ਇਹ ਗੱਲ ਕਹਿ ਦੇਈ, ਤੀਰਥ ਤੇ ਗੁਰੂ ਕਾ ਬਣੇਗਾ ਪਰ ਤੁਰਕੋ ਤੁਹਾਡਾ ਨਾਸ਼ ਹੋਏਗਾ, ਤੁਹਾਡਾ ਨਗਾਰਾ ਨਹੀਂ ਵੱਜੇਗਾ। ਤੁਸੀਂ ਜਿਸ ਤਰੀਕੇ ਇਹ ਧੱਕਾ ਕਰ ਰਹੇ ਹੋ ਲੋਕਾਂ ਦੇ ਨਾਲ, ਇਹ ਤੁਹਾਡਾ ਚੱਲੇਗਾ ਨਹੀਂ ਬਹੁਤੀ ਦੇਰ। सुन के रिस जुत गुर के बैन गमने सो न कर तर नैन। ਜਦੋਂ ਗੁਰੂ ਜੀ ਨੇ ਗੱਲਾਂ ਮੂੰਹ ਤੇ ਆਖੀਆਂ ਨਾ, ਉਹ ਬੰਦੇ ਭੇਜੇ ਸੀ ਜਿਹੜੇ ਉਹਨਾਂ ਨੇ, ਉਹ ਚਲੇ ਗਿਆ ਦੁਬਾਰਾ ਵਾਪਸ ਨੀਵੀਂ ਜੀ ਪਾ ਕੇ ਤੇ ਉੱਥੇ ਪਹੁੰਚ ਗਿਆ। सभा बिखै सब होन सुनाई सुनकर नूर दीन रिस खाई। ਤੇ ਜਦੋਂ ਉਹਨੇ ਜਾ ਕੇ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਵੀ ਮਹਾਰਾਜ ਤੇ ਆ ਕਹਿ ਰਿਹਾ, ਅੱਗੋਂ ਨੂਰਦੀਨ ਤੇ ਅਮਾਨਤ ਖਾਨ ਤੇ ਅਮਰੂਦੀਨ ਇਹ ਨੂਰਦੀਨ ਦਾ ਪੁੱਤਰ, ਇਹ ਬੜੇ ਹੰਕਾਰੇ ਹੋਏ ਸਨ, ਸਗੋਂ ਹੋਰ ਅੱਗੋਂ ਆਕੜ ਪਏ। क्या कर लेहे कहें जे ऐसे लग्यो चिनावन मूर्ख तैसे। ਕਹਿਣ ਲੱਗੇ ਗੁਰੂ ਜੀ ਫਿਰ ਸਾਡਾ ਕੀ ਕਰ ਲੈਣਗੇ, ਅਸੀਂ ਤਾਂ ਲੱਗਿਆਂ ਚਣਾਉਣ। ਇਹ ਮੂਰਖ ਜਣੀ ਦੁਬਾਰਾ ਫਿਰ ਚਿਣਤੀ ਸ਼ੁਰੂ ਕਰਵਾ ਦਿੱਤੀ ਇਹਨਾਂ ਨੇ। श्री गुरु करयो पूछ हट आए रामदासपुर बिखै सुहाए। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ ਅੰਮ੍ਰਿਤਸਰ ਸਾਹਿਬ ਵਿਖੇ। श्री गुरु हर गोबिंद संग मिले अंक बिठाए प्रेम कर भले। ਤੇ ਆਪ ਆ ਕੇ ਅੰਮ੍ਰਿਤਸਰ ਸਾਹਿਬ ਆਪਣੇ ਪਰਿਵਾਰ ਵਿੱਚ ਮਿਲੇ ਬੈਠੇ ਤੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਉਦੋਂ ਜਵਾਨੀ ਵੱਲ ਨੂੰ ਵੱਧ ਰਹੇ ਆ, ਉਹਨਾਂ ਨੂੰ ਮਿਲੇ ਹਨ। ਅਪਰ ਸਰਬ ਸਿੱਖ ਕਰ ਕਰ ਬੰਦਨ ਦਰਸਹਿ ਦਰਸ਼ਨ ਦੋਸ਼ ਨਿਕੰਦਨ। ਬਾਕੀ ਦੇ ਸਾਰੇ ਸਿੱਖ ਮਹਾਰਾਜ ਦੇ ਦਰਸ਼ਨ ਕਰਦੇ ਆ, ਦਰਸ਼ਨ ਕੀਤਿਆਂ ਪਾਪ ਲੱਥਦੇ ਹਨ। ਭਈ ਰੈਣ ਮੰਦਰ ਨਿਜ ਗਏ ਮਿਲੇ ਸਕਲ ਆਨੰਦ ਮਨ ਭਏ। ਤੇ ਰਾਤ ਨੂੰ ਆਪੋ ਆਪਣੇ ਘਰਾਂ 'ਚ ਟਿਕੇ ਤੇ ਸਾਰੀਆਂ ਸੰਗਤਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ। ਹੁਣ ਇਹ ਬਚਨ ਮਹਾਰਾਜ ਦਾ ਪੂਰਾ ਕਦੋਂ ਹੋਇਆ? ਸਮਾਂ ਤੇ ਲੰਘ ਗਿਆ ਕਾਫੀ। ਜਿਹੜਾ ਸਰੋਵਰ ਸੀ ਉਹਦਾ ਕਾਫੀ ਹਿੱਸਾ ਬਣ ਗਿਆ ਸੀ। ਜਿੱਥੇ
ਅਸਥਾਨ ਤੇ ਮੱਥਾ ਟੇਕਦੇ ਹਾਂ ਦਰਬਾਰ ਸਾਹਿਬ, ਉਹ ਵੀ ਬਣ ਗਿਆ ਸੀ, ਕਾਫੀ ਸਾਰਾ ਬਣ ਗਿਆ ਸੀ, ਪਰ ਕੁਝ ਹਿੱਸਾ ਪੱਕਾ ਬਣ ਰਿਹਾ ਸੀ ਜਦੋਂ ਇਹਨਾਂ ਇੱਟਾਂ ਲੁੱਟੀਆਂ ਸਨ, ਚੁੱਕੀਆਂ ਸਨ। ਤੇ ਸਾਧ ਸੰਗਤ, ਇਹ ਬਿਕਰਮੀ ਸੰਮਤ 1823 ਨੂੰ, ਈਸਵੀ ਸਨ 1766 ਨੂੰ ਫਿਰ ਇਹ ਮਹਾਰਾਜ ਦਾ ਬਚਨ ਦੁਬਾਰਾ ਪੂਰਾ ਕੀਤਾ ਸਿੰਘਾਂ ਨੇ। ਕਿਹਨੇ ਕੀਤਾ? ਇਹ ਬਿਕਰਮੀ ਸੰਮਤ 1766 ਨੂੰ ਸਰਦਾਰ ਖੁਸ਼ਹਾਲ ਸਿੰਘ ਫੈਜ਼ਲਪੁਰੀਏ ਦੇ ਪੁੱਤਰ ਸਰਦਾਰ ਬੁੱਧ ਸਿੰਘ ਨੇ, ਸਰਦਾਰ ਬੁੱਧ ਸਿੰਘ ਨੇ ਜੋ ਸਰਦਾਰ ਜੱਸਾ ਸਿੰਘ ਰਾਮਗੜੀਏ ਸਨ ਨਾ, ਜਿਹੜੇ ਰਾਮਗੜੀਏ ਉਹਨਾਂ ਦੀ ਮਿਸਲਾਂ ਸਨ ਜਦੋਂ ਖਾਲਸਿਆਂ ਦੀਆਂ, ਜੱਸਾ ਸਿੰਘ ਰਾਮਗੜੀਏ ਦੀ ਮਿਸਲ ਦੇ ਵਿੱਚੋਂ ਸਰਦਾਰ ਬੁੱਧ ਸਿੰਘ ਜਿਹੜੇ ਫੈਜ਼ਲਪੁਰੀਏ ਸਨ, ਉਹਨਾਂ ਨੇ ਵਾਕ ਪੂਰੇ ਕੀਤੇ। ਉਹਨਾਂ ਨੇ ਸਾਧ ਸੰਗਤ ਜਾ ਕੇ ਨੂਰਦੀਨ ਦੀ ਸਰਾਂ ਨੂੰ ਢਾਇਆ, ਇੱਕ ਇੱਕ ਇੱਟ ਦੁਬਾਰਾ ਚੁੱਕ ਕੇ ਲਿਆਂਦੀ ਉੱਥੋਂ, ਤੇ ਉਹ ਇੱਟਾਂ ਚੁੱਕ ਕੇ ਲਿਆ ਕੇ ਕੱਲੀ ਕੱਲੀ ਇੱਟ ਦੁਬਾਰਾ ਤਰਨ ਤਾਰਨ ਸਾਹਿਬ ਸਰੋਵਰ ਦੀ ਕਾਰ ਸੇਵਾ ਰਹਿੰਦੀ ਕਰਵਾਈ। ਇਹ ਸਿੰਘਾਂ ਨੇ ਬਚਨ ਪੂਰੇ ਵੀ ਕੀਤੇ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰੋਵਰ ਦੀ ਤਰਨ ਤਾਰਨ ਸਾਹਿਬ ਦੀ ਬਹੁਤ ਵੱਡੀ ਸੇਵਾ ਹੋਈ, ਕਾਫੀ ਵੱਡੀ ਪ੍ਰਕਰਮਾਂ ਦੀ ਤੇ ਹੋਰ ਕਾਫੀ ਸੇਵਾ ਹੋਈ। ਫਿਰ ਕੰਵਰ ਨੌ ਨਿਹਾਲ ਸਿੰਘ ਨੇ ਮੁਨਾਰਾ ਬਣਵਾਇਆ ਤੇ ਪ੍ਰਕਰਮਾ ਪੱਕੀ ਕੀਤੀ ਗਈ। ਬਹੁਤ ਵੱਡਾ ਇਤਿਹਾਸਕ ਅਸਥਾਨ ਤਰਨ ਤਾਰਨ ਸਾਹਿਬ ਮਹਾਰਾਜ ਦੇ ਬਚਨਾਂ ਦੇ ਨਾਲ ਇਉਂ ਪੂਰਾ ਹੋਇਆ ਜੀ। ਦੋਹਰਾ ਏਕ ਸਿੱਖ ਸਤਿਗੁਰ ਨਿਕਟ, ਗੁਰਮੁਖ ਤਿਸ ਕੋ ਨਾਮ। ਸਾਧ ਸੰਗਤ ਜੀ, ਹੁਣ ਅੱਗੇ ਇਤਿਹਾਸ ਚੱਲ ਰਿਹਾ ਭਾਈ ਭਿਖਾਰੀ ਜੀ ਦਾ। ਇੱਕ ਗੁਰੂ ਅਰਜਨ ਦੇਵ ਜੀ ਦੇ ਕੋਲ ਸਿੱਖ ਆਇਆ, ਉਹਦਾ ਨਾਮ ਸੀ ਭਾਈ ਗੁਰਮੁਖ। ਭਾਈ ਗੁਰਮੁਖ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਇਆ ਹੈ। ਹੱਥ ਜੋੜ ਬਿਨਤੀ ਕਰੀ ਮਹਿਰਾਵਰ ਕੀ ਸ਼ਾਮ। ਇਹਨੇ ਆ ਕੇ ਹੱਥ ਜੋੜ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਨੂੰ, ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਤੁਹਾਡੀ ਸ਼ਰਨ ਵਿੱਚ ਆਇਆ ਹਾਂ ਚੱਲ ਕੇ। ਚੌਪਈ ਗੁਰ ਸਨਮੁਖ ਸਿੱਖ ਮਾਨੈ ਭਾਨਾ, ਮੋਹਿ ਦਿਖਾਵੋ ਦਿਖ ਦੁਖਹਾਨਾ। ਤੇ ਮਹਾਰਾਜ ਤੁਹਾਡੇ ਐਸੇ ਸਿੱਖ ਵੀ ਆ ਜਿਹੜੇ ਭਾਣਾ ਮੰਨਦੇ ਆ, ਤੇ ਮਹਾਰਾਜ ਕੋਈ ਐਸਾ ਸਿੱਖ ਮੈਨੂੰ ਵੀ ਦਿਖਾ ਦਿਓ ਜਿਹੜਾ ਭਾਣੇ ਵਿੱਚ ਚੱਲਦਾ ਹੋਵੇ, ਮੈਂ ਵੀ ਦਰਸ਼ਨ ਕਰਨੇ ਚਾਹੁੰਦਾ ਐਸੇ ਸਿੱਖ ਦੇ ਜੀ। ਸੁਨ ਸ੍ਰੀ ਅਰਜਨ ਗਿਰਾ ਉਚਾਰੀ, ਪੁਰ ਗੁਰਜਰਾਤ ਸੋ ਨਾਮ ਭਿਖਾਰੀ। ਗੁਰੂ ਅਰਜਨ ਦੇਵ ਜੀ ਕਹਿੰਦੇ ਵੈਸੇ ਤਾਂ ਭਾਈ ਗੁਰਮੁਖਾ ਬਹੁਤ ਗੁਰਸਿੱਖ ਨੇ ਜਿਹੜੇ ਭਾਣਾ ਮੰਨਦੇ ਆ, ਪਰ ਤੂੰ ਆਇਆ ਅੰਮ੍ਰਿਤਸਰ ਸਾਹਿਬ ਚੱਲ ਕੇ, ਤੈਨੂੰ ਅੰਮ੍ਰਿਤਸਰ ਸਾਹਿਬ ਦੇ ਨੇੜੇ ਹੀ ਗੁਜਰਾਤ ਚਲਾ ਜਾ। ਉਹ ਗੁਜਰਾਤ ਨਗਰ ਪਾਕਿਸਤਾਨ ਵਿੱਚ ਹੈ। ਹੁਣ ਇੱਕ ਤੇ ਆਪਣਾ ਇੱਧਰ ਗੁਜਰਾਤ ਹੈ ਨਾ ਠੱਗਾਂ ਵਾਲਾ, ਉਹਦੀ ਗੱਲ ਨਹੀਂ ਹੈ, ਇਹ ਗੁਜਰਾਤ ਪਾਕਿਸਤਾਨ 'ਚ ਹੈ। ਪਾਕਿਸਤਾਨ ਦੇ ਵਿੱਚ ਗੁਜਰਾਤ ਰਹਿ ਗਿਆ। ਮਹਾਰਾਜ ਕਹਿੰਦੇ ਇਉਂ ਕਰ, ਗੁਜਰਾਤ ਨਗਰ ਚਲਾ ਜਾ, ਲਾਹੌਰ ਦੇ ਲਾਗੇ ਹੈ। ਇਹ ਦਰ ਸੋ ਅਵਕਰ ਹੋ ਪਿਆਨਾ, ਗੁਰਮੁਖ ਗੁਰਬਚ ਮਾਨ ਮਹਾਨਾ। ਤੂੰ ਜੇ ਭਾਣੇ ਦੀ ਮੂਰਤ ਗੁਰਸਿੱਖ ਦੇ ਦਰਸ਼ਨ ਕਰਨੇ ਆ ਤੇ ਗੁਜਰਾਤ ਨਗਰ ਦਾ ਰਹਿਣ ਵਾਲਾ ਇੱਕ ਸਿੱਖ ਹੈ ਜਿਹਦਾ ਨਾਮ ਹੈ ਭਾਈ ਭਿਖਾਰੀ, ਜਾ ਕੇ ਦਰਸ਼ਨ ਕਰ ਲੈ ਤੇ ਤੈਨੂੰ ਪਤਾ ਲੱਗ ਜਾਏਗਾ ਉਹ ਮਹਾਨ ਗੁਰਮੁਖ ਗੁਰਸਿੱਖ ਕਿਵੇਂ ਗੁਰੂ ਦੇ ਬਚਨ ਮੰਨ ਕੇ ਮਹਾਨ ਹੋਇਆ ਹੈ। ਚਲਿਓ ਵਿਚਾਰਤ ਸਿੱਖ ਵੱਡ ਹੋਏ, ਸਤਿਗੁਰ ਆਪ ਬਤਾਇਓ ਜੋਏ। ਇਹ ਭਾਈ ਗੁਰਮੁਖ ਨੇ ਜਾਣ ਦੀ ਤਿਆਰੀ ਕੀਤੀ, ਮਨ ਵਿੱਚ ਸੋਚਦਾ ਹੈ ਵੀ ਕਿੱਡਾ ਕੁ ਵੱਡਾ ਸਿੱਖ ਹੋਏਗਾ, ਉਹਦਾ ਤੇ ਬਹੁਤ ਵੱਡਾ ਡੇਰਾ ਹੋਣਾ, ਕੋਈ 150 ਚੇਲੇ ਹੋਣਗੇ, ਕੋਈ ਬਹੁਤ ਵੱਡਾ ਫੈਲ ਫੱਕੜ ਹੋਵੇਗਾ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਆਪ ਦੱਸਿਆ ਉਹਦੇ ਬਾਰੇ। ਇਉਂ ਮਨ ਦੇ ਵਿੱਚ ਸੋਚਦਾ ਜਾਂਦਾ ਹੈ। ਪ੍ਰਭ ਭਾਣਾ ਕਿਮ ਮਾਨਤ ਰਹੈ, ਕਹਾਂ ਕ੍ਰਿਤ ਕਰ ਬ੍ਰਿਤ ਕੋ ਲਹੈ। ਵੀ ਗੁਰੂ ਜੀ ਕਹਿੰਦੇ ਆ ਭਾਣੇ ਦੀ ਮੂਰਤ ਹੈ, ਉਹ ਕਿਵੇਂ ਪ੍ਰਭੂ ਦਾ ਭਾਣਾ ਮੰਨਦਾ ਹੋਣਾ, ਕਿਹੜੀ ਕਿਰਤ ਵਿਰਤ ਕਰਦਾ ਹੋਣਾ, ਕਿਵੇਂ ਆਪਣੀ ਰੋਜੀ ਰੋਟੀ ਚਲਾਉਂਦਾ ਹੋਏਗਾ।
ਮਗ ਉਲੰਘ ਪਹੁੰਚੋ ਗੁਜਰਾਤ, ਨਾਮ ਭਿਖਾਰੀ ਪੁੱਛਿਓ ਜਾਤ। ਤੇ ਜੀ ਚੱਲਦਾ ਚੱਲਦਾ ਨਗਰ ਪਹੁੰਚ ਗਿਆ ਗੁਜਰਾਤ ਵਿੱਚ। ਜਾ ਕੇ ਪੁੱਛਿਆ ਭਾਈ ਭਿਖਾਰੀ ਦਾ ਘਰ ਕਿਹੜਾ ਹੈ। ਗ੍ਰਹਿ ਮੈਂ ਗਇਓ ਸੋ ਮੰਗਲ ਹੇਰਾ, ਗਾਵੇਂ ਤ੍ਰਿਆ ਵਿਆਹੋ ਸੁਤ ਕੇਰਾ। ਅੱਗੇ ਘਰੇ ਗਿਆ ਤੇ ਕੀ ਵੇਖਦਾ ਹੈ, ਭਾਈ ਭਿਖਾਰੀ ਦੇ ਘਰੇ ਤੇ ਬੜਾ ਖੁਸ਼ੀ ਦਾ ਮਾਹੌਲ ਹੈ। ਆਲੇ ਦਾਲੇ ਆਂਢ ਗੁਆਂਢ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਤੇ ਆਪਣਾ ਵਿਆਹਾਂ ਦੇ ਵਿੱਚ ਜਿਵੇਂ ਖੁਸ਼ੀ ਜੀ ਦਾ ਮਾਹੌਲ ਹੁੰਦਾ ਹੈ ਉਦੋਂ ਲੱਗੀਆਂ ਨੇ। ਕਿਰਤ ਕਮਾਵਤ ਪਿਖਿਓ ਭਿਖਾਰੀ, ਸੀਵਤ ਸਤਰੰਜੀ ਜੇ ਫਾਰੀ। ਤੇ ਇਹ ਭਾਈ ਭਿਖਾਰੀ ਦੇ ਘਰੇ ਇਹ ਭਾਈ ਗੁਰਮੁਖ ਗਿਆ। ਅੱਗੇ ਲੰਘ ਕੇ ਭਾਈ ਭਿਖਾਰੀ ਵਾਲੇ ਕਮਰੇ 'ਚ ਚਲਾ ਗਿਆ ਜਿੱਥੇ ਉਹਨਾਂ ਦਾ ਆਸਣ ਸੀ। ਇਹਨੇ ਕੀ ਵੇਖਿਆ ਕਿ ਭਾਈ ਭਿਖਾਰੀ ਉੱਥੇ ਇੱਕ ਤੱਪੜ ਜੀ ਨੂੰ ਸੀਣ ਲੱਗੇ ਆ, ਪੱਲੀ ਜੀ ਨੂੰ, ਜੋ ਬੈਠਣ ਦੇ ਲਈ ਥੱਲੇ ਆਪਾਂ ਦਰੀ ਜੀ ਵਿਛਾਉਂਦੇ ਆ ਨਾ, ਉਹ ਸੀਣ ਲੱਗਿਆ ਹੋਇਆ ਹੈ। ਪੈਰੀ ਪੈਣਾ ਕਹਿ ਫਿਰ ਗੁਰਮੁਖ, ਪਠਿਓ ਮੋਹਿ ਗੁਰ ਨੇ ਭੋ ਸਨਮੁਖ। ਇਹਨੇ ਭਾਈ ਭਿਖਾਰੀ ਨੂੰ ਜਾ ਕੇ ਨਮਸਕਾਰ ਕੀਤੀ। ਭਾਈ ਗੁਰਮੁਖ ਨੇ ਆਖਿਆ ਭਾਈ ਭਿਖਾਰੀ ਜੀ ਨੂੰ, ਭਾਈ ਜੀ ਪੈਰੀ ਪੈਣਾ। ਇਉਂ ਕਹਿ ਕੇ ਭਾਈ ਗੁਰਮੁਖ ਜੀ ਕੋਲ ਬੈਠ ਗਏ। ਸੁਰਤ ਭਿਖਾਰੀ ਉਠ ਸਨਮਾਨਾ, ਨਮਹਿ ਕੀਨ ਬੈਠਾਵਨ ਥਾਨਾ। ਅੱਗੋਂ ਗੁਰਮੁਖ ਨੇ ਆਖਿਆ ਮੈਨੂੰ ਜੀ ਗੁਰੂ ਅਰਜਨ ਦੇਵ ਜੀ ਨੇ ਭੇਜਿਆ। ਜਦੋਂ ਇਹ ਗੱਲ ਭਾਈ ਭਿਖਾਰੀ ਨੇ ਸੁਣੀ, ਬੜੇ ਸਤਿਕਾਰ ਨਾਲ ਭਾਈ ਭਿਖਾਰੀ ਜੀ ਖੜੇ ਹੋ ਗਏ, ਬੜਾ ਅਦਬ ਕੀਤਾ, ਸਗੋਂ ਆਪ ਝੁਕ ਕੇ ਗੁਰਸਿੱਖ ਦੇ ਚਰਨਾਂ ਨੂੰ ਹੱਥ ਲਾਏ ਕਿ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਬਈ ਤੂੰ ਮੇਰੇ ਗੁਰੂ ਦੇ ਦਰਸ਼ਨ ਕਰਕੇ ਆਇਆ ਹੈ, ਤੂੰ ਬਹੁਤ ਚੰਗਾ ਕੀਤਾ ਜੋ ਦਰਸ਼ਨ ਦਿੱਤੇ ਹਨ। ਨਿਜ ਕਾਰਜ ਲਾਗਿਓ ਜਿਸ ਕਾਲਾ, ਗੁਰਮੁਖ ਪੁਰ ਬਿਸਮਾਏ ਵਿਸਾਲਾ। ਬੜੀ ਵਧੀਆ ਥਾਂ ਤੇ ਇਸ ਗੁਰਮੁਖ ਨਾਮੇ ਸਿੱਖ ਨੂੰ ਬਿਠਾ ਕੇ ਜਲ ਪਾਣੀ ਛਕਾਇਆ। ਤੇ ਭਾਈ ਭਿਖਾਰੀ ਆਪਣਾ ਕੰਮ, ਜੋ ਦਰੀ ਸੀ ਇੱਕ ਫਟੀ ਹੋਈ ਸੀ, ਉਹਨੂੰ ਦੁਬਾਰਾ ਸੀਣ ਲੱਗ ਪਏ, ਟਾਂਕੇ ਸੂਈ ਨਾਲ ਲਾਉਣ ਲੱਗ ਪਏ। ਲਖਿਓ ਭਿਖਾਰੀ ਨੇ ਮਨ ਤਾਹੂ, ਉਠਿਓ ਪਕੜ ਕੇ ਤਿਸ ਕੀ ਬਾਹੂ। ਉਸ ਵੇਲੇ ਲਖਿਓ ਭਿਖਾਰੀ ਨੇ ਮਨ ਤਾਹੂ, ਭਾਈ ਭਿਖਾਰੀ ਨੇ ਉਹਦੇ ਮਨ ਦੀ ਗੱਲ ਜਾਣੀ ਕਿ ਗੁਰਮੁਖ ਕੀ ਵੇਖੀ ਜਾਂਦਾ ਹੈ। ਉਹਦੀ ਬਾਂਹ ਫੜ ਲਈ ਭਾਈ ਭਿਖਾਰੀ ਨੇ ਤੇ ਫੜ ਕੇ ਬਾਂਹ ਉਹਨੂੰ ਘਰ ਵਿੱਚ ਲੈ ਗਿਆ। ਇੱਧਰ ਸਾਰੇ ਘਰ ਨੂੰ ਵਿੱਚ ਗੇੜਾ ਦਵਾਇਆ। ਸੋਜ ਵਿਆਹ ਕੀ ਲਗਿਓ ਦਿਖਾਵਨ, ਇਹ ਸੁਤ ਹਿਤ ਕੀਏ ਵਸਤਰ ਸਿਵਾਵਨ। ਭਾਈ ਭਿਖਾਰੀ ਨੇ ਆਖਿਆ ਗੁਰਮੁਖਾ, ਤੂੰ ਜਿਹੜਾ ਗੱਲ ਪੁੱਛਣ ਆਇਆ ਨਾ ਕਿ ਭਾਣਾ ਕਿਵੇਂ ਮੰਨੀਦਾ, ਕੋਈ ਨਾ ਭਾਈ, ਗੁਰੂ ਨੇ ਭੇਜਿਆ, ਦੱਸਦੇ ਆ ਤੈਨੂੰ। ਆਹ ਦੇਖ ਪਹਿਲਾਂ ਮੇਰੇ ਪੁੱਤ ਦਾ ਵਿਆਹ ਹੈ, ਆ ਮਠਿਆਈਆਂ ਤਿਆਰ ਹੋ ਰਹੀਆਂ ਨੇ। ਇਹ ਭੂਖਨ ਕੋ ਗੜਾ ਸੁਨਾਰਾ, ਪੁੱਤਰ ਸਨੂਖਾ ਕੇਰ ਸ਼ਿੰਗਾਰਾ। ਆਹ ਦੇਖ ਆਹ ਸੋਨੇ ਦਾ ਕੰਮ ਹੈ। ਨੂੰਹ ਨੂੰ ਪੁੱਤ ਨੂੰ ਨੂੰਹ ਆਉਣੀ ਹੈ ਜਿਹੜੀ, ਉਹਦੇ ਲਈ ਕੋਈ ਗਲੇ ਦਾ ਹਾਰ, ਕੋਈ ਹੋਰ ਸੋਨੇ ਦਾ ਕੜਾ ਇਤਿਆਦਿਕ ਪਾਵਾਂਗੇ, ਕੋਈ ਗਹਿਣੇ ਦੇਵਾਂਗੇ, ਔਖੇ ਵੇਲੇ ਕੰਮ ਆਉਂਦੇ ਆ। ਤੇ ਉਹਦੇ ਲਈ ਆਹ ਦੇਖ ਸੋਨਾ ਲਿਆਂਦਾ ਪਿਆ ਹੈ। ਇਹਾਂ ਪਰੀ ਪਿਖ ਅਦਕ ਮਿਠਾਈ, ਅਨੇਕ ਪ੍ਰਕਾਰ ਕਰੈ ਹਲਵਾਈ। ਆਹ ਦੇਖ ਹਲਵਾਈ ਲੱਗੇ ਹੋਏ ਆ, ਕਿੰਨੇ ਤਰ੍ਹਾਂ ਦੀਆਂ ਮਿਠਾਈਆਂ ਬਣ ਰਹੀਆਂ ਨੇ। ਆਗੇ ਮ੍ਰਿਤਕ ਹੇਤ ਕੀ ਤਿਆਰੀ, ਖਫਨ ਰੋਸੀ ਦੀ ਧਰੀ ਸੁਧਾਰੀ। ਇਉਂ ਸਾਰਾ ਕੁਝ ਦਿਖਾ ਕੇ ਅੱਗੇ ਲੈ ਗਿਆ। ਅੱਗੇ ਇੱਕ ਬੰਦ ਜੇ ਕਮਰੇ ਵਿੱਚ ਜਾ ਕੇ ਦੇਖਿਆ, ਇੱਧਰਲੇ ਪਾਸੇ ਵਿਆਹ ਦੀ ਤਿਆਰੀ, ਇੱਕ ਕਮਰਾ ਜਿਹਨੂੰ ਕੁੰਡਾ ਲਾਇਆ ਹੋਇਆ, ਹੋਰ ਕੋਈ ਨਹੀਂ ਜਾਂਦਾ। ਉੱਥੇ ਭਾਈ ਭਿਖਾਰੀ ਇਹਨੂੰ ਗੁਰਮੁਖ ਨੂੰ ਲੈ ਗਿਆ। ਉੱਥੇ ਇੱਕ ਫੱਟਾ ਰੱਖਿਆ, ਸੀੜੀ ਰੱਖੀ ਹੈ ਜਿਹਦੇ ਉੱਤੇ ਮੁਰਦੇ ਨੂੰ ਚੁੱਕ ਕੇ ਲੈ ਜਾਈਦਾ। ਇੱਕ ਕੱਪੜਾ ਰੱਖਿਆ, ਖੱਫਣ ਸੀ ਕੇ ਰੱਖਿਆ ਹੋਇਆ ਸਾਧ ਸੰਗਤ, ਜੋ ਮੁਰਦੇ ਨੂੰ ਪਵਾਈਦਾ ਹੈ। ਗੁਰਮੁਖ ਬਿਸਮਤ ਪੁੱਛਨ ਕਰਿਓ, ਇਹ ਸਮਾਜ ਕਿਸ ਕਾਰਨ ਧਰਿਓ। ਭਾਈ ਗੁਰਮੁਖ ਨੇ ਬੜੀ ਹੈਰਾਨੀ ਨਾਲ ਪੁੱਛਿਆ ਭਾਈ ਭਿਖਾਰੀ ਨੂੰ ਕਿ ਬਾਬਾ ਜੀ ਬਾਕੀ ਤੇ ਕੰਮ ਸਭ ਠੀਕ ਹੈ, ਪਰ ਆਹ ਬਾਕੀ ਦਾ ਸਮਾਨ ਕਾਹਦੇ ਲਈ ਰੱਖਿਆ? ਵਿਆਹ ਦੇ ਵਿੱਚ ਲੱਡੂ ਜਲੇਬੀਆਂ
ਪਕੌੜੀਆਂ, ਗੁਲਾਬ ਜਾਮਣਾ, ਰਸਗੁੱਲੇ, ਕਚੌਰੀਆਂ, ਤਰ੍ਹਾਂ ਤਰ੍ਹਾਂ ਦੀਆਂ ਬਰਫੀਆਂ, ਮਠਾਈਆਂ ਚੱਲਦੀਆਂ ਨੇ। ਪਰ ਆ ਮੁਰਦਿਆਂ ਵਾਲਾ ਸਮਾਨ ਕਾਹਦੇ ਲਈ ਰੱਖਿਆ? ਸੀੜੀ ਰੱਖੀ ਹੈ, ਖੱਫਣ ਰੱਖਿਆ, ਤੇ ਇਹਦੀ ਕੀ ਲੋੜ ਹੈ? ਕਹਿਓ ਭਿਖਾਰੀ ਫੇਰ ਬਤਾਵੈ, ਜਬ ਸਮਾਜ ਇਹੋ ਕਾਰਜ ਆਵੈ। ਭਾਈ ਭਿਖਾਰੀ ਨੇ ਆਖਿਆ, ਭਾਈ ਗੁਰਮੁਖਾ ਤੈਨੂੰ ਦੱਸਾਂਗੇ ਜਦੋਂ ਇਹ ਕੰਮ ਆਵੇਗਾ, ਹੁਣ ਨਹੀਂ, ਫੇਰ ਦੱਸਾਂਗਾ। ਇਮ ਕਹਿ ਆਇਓ ਪ੍ਰਥਮ ਸਥਾਨ, ਸਤਰੰਜੀ ਕੋ ਸੀਅਤ ਮਹਾਨ। ਇਉਂ ਇਹਨੂੰ ਕਹਿ ਕੇ ਆਪਣੇ ਨਾਲ ਲਿਆਂਦਾ, ਤੇ ਜਿਹੜੀ ਫਟੀ ਹੋਈ ਪੱਲੀ ਨੂੰ ਭਾਈ ਭਿਖਾਰੀ ਜੀ ਸੀ ਰਹੇ ਸਨ, ਉਹਨੂੰ ਦੁਬਾਰਾ ਸੀਣ ਲੱਗ ਪਏ, ਟਾਂਕੇ ਲਾਉਣ ਲੱਗ ਪਏ। ਗੁਰਮੁਖ ਬਿਸਮਤ ਉਰਮੈ ਰਹਿਓ, ਸਤਿਗੁਰ ਨੇ ਇਸ ਕੋ ਜਸ ਕਹਿਓ। ਭਾਈ ਗੁਰਮੁਖ ਬੜਾ ਹੈਰਾਨ ਹੋਇਆ ਕਿ ਗੁਰੂ ਅਰਜਨ ਦੇਵ ਜੀ ਤਾਂ ਇਸ ਸਿੱਖ ਬਾਰੇ ਬੜਾ ਚੰਗਾ ਕਹਿੰਦੇ ਸਨ, ਬੜਾ ਕਹਿੰਦੇ ਸਨ, ਵਧੀਆ ਗੁਰਮੁਖ ਹੈ, ਇਹ ਬੜਾ ਚੰਗਾ ਗੁਰਸਿੱਖ ਹੈ। ਗ੍ਰਹਿ ਕੈ ਧੰਦੈ ਪਚੀ ਮਹਾਨਾ, ਕਰਹਿ ਭਗਤ ਕਿਮ ਮਾਨਹਿ ਭਾਨਾ। ਕਹਿੰਦੇ ਇਹ ਤਾਂ ਧੰਦਿਆਂ 'ਚ ਬੜਾ ਫਸਿਆ ਹੋਇਆ। ਇੱਕ ਪਾਸੇ ਲੜਕੇ ਦਾ ਵਿਆਹ ਦਾ ਸਮਾਨ ਹੈ, ਦੂਜੇ ਪਾਸੇ ਆ ਪਤਾ ਨਹੀਂ ਕੀ ਕਰੀ ਜਾਂਦਾ। ਇਹ ਕਿਵੇਂ ਭਾਣਾ ਮੰਨਦਾ ਹੋਣਾ? ਇਹ ਕਿੱਦਾਂ ਦਾ ਸਿੱਖ ਹੋਇਆ? ਨਿਸ਼ਾ ਭਾਈ ਕੀਏ ਸੇਵ ਭਿਖਾਰੀ, ਖਾਣ ਪਾਣ ਦੀਏ ਸੇਜ ਸੁਖਾਰੀ। ਰਾਤ ਹੋਈ, ਭਾਈ ਭਿਖਾਰੀ ਜੀ ਨੇ ਇਸ ਗੁਰਮੁਖ ਸਿੱਖ ਦਾ ਬੜਾ ਸਤਿਕਾਰ ਕੀਤਾ, ਬਿਸਤਰ ਦਿੱਤਾ, ਲੰਗਰ ਪਾਣੀ ਛਕਾਇਆ। ਭਈ ਭਰਾਤ ਤਬ ਚੜੀ ਜਨੇਤ, ਆਇਓ ਸੁਤ ਕਰ ਮੁਖਾ ਸਮੇਤ। ਤੇ ਅਗਲੇ ਦਿਨ ਵਿਆਹ ਸੀ, ਪੁੱਤ ਦਾ ਵਿਆਹ ਹੋ ਗਿਆ, ਬਰਾਤ ਚੜ੍ਹ ਗਈ, ਸਾਰਾ ਦਿਨ ਵਿਆਹ ਦਾ ਕੰਮ ਹੋਇਆ। ਸ਼ਾਮਾਂ ਨੂੰ ਬਰਾਤ ਵਾਪਸ ਆ ਗਈ, ਪੁੱਤ ਨੂੰਹ ਨੂੰ ਵਿਆਹ ਕੇ ਲੈ ਆਇਆ। ਸਭ ਬਿਦ ਕੇ ਬਾਜੇ ਬਜਵਾਏ, ਵਿਆਹ ਸਮਾਜ ਸਕਲ ਕਰ ਆਏ। ਵਿਆਹ ਦੇ ਵਿੱਚ ਬਾਜੇ ਵੱਜੇ, ਖੁਸ਼ੀਆਂ ਮਨਾਈਆਂ ਗਈਆਂ। ਸਦਨ ਆਏ ਦਿਨ ਦਵੈ ਕੂ ਬੀਤੇ, ਜਬ ਸੂਲ ਉਠੇ ਨਿਸ ਪੁੱਤਰ ਮਰਿਓ ਤਬ। ਹੋਇਆ ਕੀ ਕਿ 2 ਦਿਨ ਵਿਆਹ ਨੂੰ ਲੰਘੇ, ਉਹਦੇ ਪੁੱਤ ਦੇ ਪੇਟ ਨੂੰ ਐਸਾ ਦਰਦ ਹੋਇਆ, ਸੂਲ ਚੜ੍ਹਿਆ, ਕਹਿ ਲਓ ਬਦਹਜਮੀ ਹੋਈ ਜਾਂ ਕੁਝ ਹੋਰ ਹੋਇਆ ਕਿ ਉਹ ਦਰਦ ਦੇ ਨਾਲ ਉਹਦਾ ਪੁੱਤਰ ਮਰ ਗਿਆ ਭਾਈ ਭਿਖਾਰੀ। ਹਜੇ ਵਿਆਹ ਨੂੰ 2 ਦਿਨ ਹੋਏ, ਪਰ ਸਾਧ ਸੰਗਤ ਜਵਾਨ ਪੁੱਤਰ ਦੀ ਮੌਤ ਹੋ ਗਈ। ਗਾਵਤ ਹੁਦੀ 83 ਰੋਈ, ਖਫਨ ਜੋ ਲੀਨ ਭਿਖਾਰੀ ਸੋਈ। ਤੇ ਜਿਹੜੀ ਲੜਕੀ ਵਿਆਹ ਕੇ ਲਿਆਂਦੀ ਸੀ ਉਹ ਰੋਈ ਬੜੀ, ਦੁੱਖ ਹੋਇਆ। ਭਾਈ ਭਿਖਾਰੀ ਜਿਹੜਾ ਸਮਾਨ ਤਿਆਰ ਕਰੀ ਬੈਠੇ ਸੀ, ਖੱਫਣ ਵੀ ਤਿਆਰ ਕੀਤਾ ਸੀ, ਸੀੜੀ ਵੀ ਤਿਆਰ ਸੀ, ਪੱਲੜ ਸੀ, ਉਹ ਵਿਹੜੇ 'ਚ ਵਿਛਾ ਦਿੱਤਾ। ਆਉਣ ਜਾਣ ਵਾਲੇ ਲੋਕੀ ਅਫਸੋਸ ਕਰਨ ਲਈ ਬੈਠ ਗਏ। ਇਸ ਸੀੜੀ ਪਰ ਪਾਇਓ ਆਨੰਦ, ਦਾਹੋ ਕਰਿਓ ਕਰ ਕਾਠ ਬਿਲੰਦ। ਆਪਣੇ ਪੁੱਤ ਨੂੰ ਉਸ ਸੀੜੀ ਤੇ ਫੱਟੇ ਤੇ ਪਾ ਕੇ ਲੈ ਗਏ, ਤੇ ਲੱਕੜਾਂ ਤਿਆਰ ਕੀਤੀਆਂ ਪਈਆਂ ਸਨ, ਲਿਜਾ ਕੇ ਸ਼ਮਸ਼ਾਨ ਘਾਟ ਵਿੱਚ ਅਗਨ ਦਾਹ ਕਰ ਦਿੱਤਾ। ਕੀਰਤਨ ਕਰ ਪ੍ਰਸਾਦ ਵਰਤਾਇਓ, ਬ੍ਰਿਤ ਜਿਹੇ ਸਾਮ ਹਟ ਕਰ ਘਰ ਆਇਓ। ਤੇ ਕੀਰਤਨ ਕੀਤਾ ਗਿਆ, ਬਾਣੀ ਦਾ ਕੀਰਤਨ ਕਰਕੇ ਕੜਾਹ ਪ੍ਰਸਾਦ ਵਰਤਾ ਦਿੱਤਾ ਗਿਆ। ਸਤਰੰਜੀ ਜੋ ਸੀਅਤ ਡਸਾਈ, ਲੋਕ ਆਏ ਬੈਠੇ ਸਮੁਦਾਈ। ਉਹ ਜਿਹੜੀ ਕਹਿ ਲੋ ਕਿ ਪੱਲੀ ਸੀ ਵਿਛਾ ਦਿੱਤੀ, ਲੋਕ ਅਫਸੋਸ ਕਰਨ ਲਈ ਆਉਣ ਲੱਗ ਪਏ। ਦਿਨ ਮਹਿ ਗੁਰਮੁਖ ਰਹਿਓ ਨਿਹਾਰਤ, ਭਾ ਅਚਰਜ ਇਹ ਹਿਰਦੈ ਵਿਚਾਰਤ। ਉਹ ਆਇਆ ਹੋਇਆ ਗੁਰਸਿੱਖ ਬੜਾ ਹੈਰਾਨ ਹੋਇਆ, ਇਹ ਗੱਲ ਕੀ ਬਣ ਗਈ? ਸਾਰਾ ਸਮਾਨ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਬਿਖ ਨਿਸ ਬਿਖੈ ਇਕਾਂਤ ਭਿਖਾਰੀ, ਮਿਲ ਗੁਰਮੁਖ ਤਬ ਗਿਰਾ ਉਚਾਰੀ। ਇਉਂ ਜਦੋਂ ਸਾਰਾ ਦਿਨ ਲੰਘ ਗਿਆ, ਅੱਗੇ ਸ਼ਾਮ ਹੋਈ ਨਾ, ਭਾਈ ਭਿਖਾਰੀ ਨੂੰ ਇਸ ਭਾਈ ਗੁਰਮੁਖ ਨੇ ਅੱਗੋਂ ਆਖਿਆ, ਕੱਲੇ ਨੂੰ ਆਖਣ ਲੱਗਾ, ਸੁਤ ਕੀ ਮ੍ਰਿਤ ਜਾਣਤ ਜੇ ਉਰਮੈ, ਨੁਖਾ ਵਿਆਹੇ ਕਿਉਂ ਕਾ ਆਨੀ ਘਰ ਮੈਂ। ਉਹ ਭਾਈ ਭਿਖਾਰੀ, ਜੇ ਤੈਨੂੰ ਇਸ ਗੱਲ ਦਾ ਪਤਾ ਸੀ, ਮੈਨੂੰ ਪਤਾ ਤੈਨੂੰ ਪਤਾ ਸੀ ਕੀ ਹੋਣਾ, ਜੇ ਤੂੰ ਜਾਣਕਾਰ ਸੀ, ਅੰਤਰਜਾਮੀ ਸੀ, ਉਹ ਫਿਰ ਪੁੱਤ ਦਾ ਵਿਆਹ ਕਿਉਂ ਕੀਤਾ ਸੀ? ਇਹ ਨੂੰਹ ਕਿਉਂ ਵਿਆਹ ਕੇ ਲਿਆਂਦੀ ਹੈ? ਖਰਚਿਓ ਧਨ ਉਤਸਵ ਬਹੁ ਕਰਿਓ, ਦਿਨ ਦੋ ਇੱਕ ਮਹਿ ਸਭ ਪਰ ਹਰਿਓ। ਕਹਿੰਦਾ ਵੀ ਇੰਨਾ ਖਰਚ ਕੀਤਾ, ਉਤਸਵ ਹੋਇਆ, ਕਿੰਨਾ ਵਿਆਹ ਦਾ ਕਿੱਡਾ ਕਹਿ ਲੋ ਕਿ ਫੰਕਸ਼ਨ ਕੀਤਾ ਗਿਆ। ਤੁਮ ਮਹਿ ਸ਼ਕਤ ਜੇ ਹੁਤੀ ਇਤੀਨ, ਸਤਿਗੁਰ ਤੇ ਜਾਚਤ ਹੋਏ ਦੀਨ। ਤੂੰ ਇਹ ਕੀ ਕੀਤਾ ਬਾਈ? ਜੇ ਤੇਰੇ 'ਚ ਸ਼ਕਤੀ ਨਹੀਂ ਸੀ ਤਾਂ ਗੁਰੂ ਜੀ ਤੋਂ ਮੰਗ ਲੈਂਦਾ ਆਪਣੇ ਪੁੱਤਰ ਦੀ ਉਮਰ।
ਕਿਰਪਾ ਨਿਧਾਨ ਸਿਦਕ ਪਿਖ ਤੇਰਾ ਪੁੱਤਰ ਜੀ ਅਨਬਰ ਦੇਤ ਅਛੇਰਾ। ਜੇ ਤੇਰੇ ਤੋਂ ਕੁਝ ਨਹੀਂ ਸੀ ਹੁੰਦਾ ਤੂੰ ਗੁਰੂ ਅਰਜਨ ਦੇਵ ਜੀ ਕੋਲ ਚਲਾ ਜਾਂਦਾ, ਤੈਨੂੰ ਪਤਾ ਤਾਂ ਸੀ ਨਾ ਗੱਲ ਦਾ, ਤੇ ਗੁਰੂ ਜੀ ਦੇ ਕੋਲੋਂ ਮੰਗ ਲੈਂਦਾ ਪੁੱਤਰ, ਜ਼ਿੰਦਗੀ ਮੰਗ ਲੈਂਦਾ ਉਹਦੀ, ਤੇ ਤੇਰਾ ਸਿਦਕ ਵੇਖ ਕੇ ਤੈਨੂੰ ਪੁੱਤਰ ਤੇਰੇ ਦੀ ਉਮਰ ਗੁਰੂ ਜੀ ਜ਼ਰੂਰ ਬਖਸ਼ ਦਿੰਦੇ। ਸੰਕਟ ਹੋਤ ਨ ਏਤੋ ਘਰ ਮੈਂ ਰੁਦਤ ਕੁਟੰਬ ਪ੍ਰੀਤ ਕਰ ਉਰਮੈ। ਆ ਜਿਹੜਾ ਘਰ ਦੇ ਵਿੱਚ ਐਡਾ ਵੱਡਾ ਦੁੱਖ ਹੈ ਜਵਾਨ ਪੁੱਤਰ ਦੇ ਚਲੇ ਜਾਣ ਦਾ, ਇਹ ਨਾ ਹੁੰਦਾ, ਘਰ ਦੇ ਜੀ ਸੁਖੀ ਹੁੰਦੇ ਸਨ। ਇਹੋ ਸੰਸੈ ਮਨ ਮੋਹਿ ਵਿਸਾਲਾ ਸ਼ਕਤ ਸਹਿਤ ਸਹਿ ਕਸ਼ਟ ਕਰਾਲਾ। ਇਹ ਮੇਰੇ ਮਨ 'ਚ ਬੜਾ ਸੰਸਾ ਹੈ, ਸ਼ਕਤੀ ਹੁੰਦਿਆਂ ਹੋਇਆਂ ਵੀ ਐਡਾ ਵੱਡਾ ਦੁੱਖ ਕਿਵੇਂ ਝੱਲ ਲਿਆ ਤੈਂ। ਸੁਨਤ ਭਿਖਾਰੀ ਗਿਰਾ ਉਚਾਰੀ ਇਹ ਮਨ ਮੁਖ ਕੀ ਰੀਤ ਵਿਚਾਰੀ। ਅੱਗੋਂ ਭਾਈ ਭਿਖਾਰੀ ਨੇ ਆਖਿਆ, ਭਾਈ ਗੁਰਮੁਖਾ ਇਹ ਮਨਮੁਖ ਦੀ ਗੱਲ ਹੁੰਦੀ ਹੈ ਜਿਹੜੀ ਤੂੰ ਆਖ ਰਿਹਾ ਹੈ। ਜਥਾ ਜੋਗ ਪਰਮੇਸ਼ਰ ਕਰੈ ਤਿਸ ਮਹਿ ਦੁਖ ਸੰਸੈ ਜੋ ਧਰੈ। ਜੋ ਪਰਮੇਸ਼ਰ ਕਰਦਾ ਹੈ ਉਹਦੇ ਭਾਣੇ ਵਿੱਚ ਦੁੱਖ ਕਰਨਾ, ਸ਼ੰਕਾ ਕਰਨਾ, ਕਿਸੇ ਤਰ੍ਹਾਂ ਦੀ ਉਹਦੇ ਭਾਣੇ ਦੇ ਵਿੱਚ ਕਹਿ ਲਓ ਕਿ ਝਗੜਾ ਕਰਨਾ ਜਾਂ ਉਲਾਂਭੇ ਦੇਣਾ, ਇਹ ਮਨਮੁਖ ਦੀ ਰੀਤ ਹੈ। ਜਤਨ ਕਰਹਿ ਭਾਵੀ ਕੋ ਮੇਟਨ ਤਿਸ ਕੋ ਪ੍ਰਭ ਸੰਗ ਕਬਹੂ ਨ ਭੇਟਨ। ਜਿਹੜਾ ਯਤਨ ਕਰੇ ਵੀ ਉਹਦੀ ਆਈ ਨੂੰ ਮੇਟ ਦਵਾਂ ਮੈਂ, ਉਹਦੀ ਕੀਤੀ ਨੂੰ ਮੇਟ ਦਵਾਂ, ਕਹਿੰਦੇ ਉਹਨੂੰ ਪ੍ਰਭੂ ਦਾ ਮਿਲਾਪ ਕਦੇ ਨਹੀਂ ਹੁੰਦਾ, ਵਾਹਿਗੁਰੂ ਨਾਲ ਉਹਦਾ ਕਦੇ ਮੇਲ ਨਹੀਂ ਹੋ ਸਕਦਾ। ਜੈਸੀ ਇੱਛਾ ਹੋਏ ਭਗਵਾਨ ਤਿਸ ਮਹਿ ਕੀਜੈ ਹਰਖ ਮਹਾਨ। ਤੇ ਜੋ ਪ੍ਰਭੂ ਦੀ ਇੱਛਾ ਹੈ ਨਾ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਭਾਈ ਗੁਰਮੁਖਾ। ਸਭ ਸੋ ਸਮ ਪ੍ਰਭ ਬੈਰ ਨ ਪ੍ਰੀਤ ਕਰਮ ਹੇਰ ਫਲ ਦੇਹ ਸੋ ਨੀਤ। ਉਹ ਪ੍ਰਭੂ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਕਰਦਾ, ਇਹ ਗੱਲ ਯਾਦ ਰੱਖਣਾ ਕਹਿੰਦਾ। ਉਹ ਬੰਦੇ ਦੇ ਆਪਣੇ ਕਰਮ ਕੀਤੇ ਹੋਏ ਅੱਗੇ ਆਉਂਦੇ ਆ, ਪਰ ਬੰਦਾ ਸਮਝਦਾ ਨਹੀਂ ਨਾ ਇਸ ਗੱਲ ਨੂੰ। ਕਸ਼ਟ ਆਏ ਕਰ ਸ਼ਕਤ ਹਰਾਵੈ ਪਾਪ ਕਰੇ ਸੋ ਫਲ ਭੁਗਤਾਵੈ। ਕਹਿਣ ਲੱਗੇ ਕਸ਼ਟ ਆਏ ਕਰ ਸ਼ਕਤ ਹਰਾਵੈ, ਕਹਿੰਦੇ ਜੇ ਕਸ਼ਟ ਆਵੇ ਤੇ ਬੰਦਾ ਕਰ ਸ਼ਕਤ ਹਰਾਵੈ, ਆਪਣੀ ਸ਼ਕਤੀ ਦੇ ਨਾਲ ਦੁੱਖ ਨੂੰ ਦੂਰ ਕਰੇ ਨਾ, ਸ਼ਕਤੀ ਨਾਲ, ਰਿੱਧੀ ਸਿੱਧੀ ਨਾਲ, ਕੋਈ ਕਰਾਮਾਤ ਨਾਲ ਆਉਂਦੇ ਦੁੱਖ ਨੂੰ ਜਿਹੜਾ ਕੋਈ ਬਦਲ ਲਵੇ ਨਾ, ਕਹਿੰਦੇ ਪਾਪ ਕਰੇ ਸੋ ਫਲ ਭੁਗਤਾਵੈ। ਕਹਿੰਦੇ ਇਹ ਗੱਲ ਯਾਦ ਰੱਖਿਓ, ਪਾਪ ਕਰ ਰਿਹਾ ਤੇ ਇਸ ਕੀਤੇ ਪਾਪ ਦਾ ਫਲ ਉਹਨੂੰ ਭੋਗਣਾ ਪਏਗਾ। ਹੋਏ ਸੁਖੀ ਕਹਿ ਸੰਕਟ ਦੇਤ ਸੋ ਭੀਨਾ ਦਰਗਹਿ ਆਦਰ ਲੇਤ। ਕਿਸੇ ਬੰਦੇ ਦੀ ਖੁਸ਼ੀ ਵੇਖ ਕੇ, ਕਿਸੇ ਦਾ ਸੁੱਖ ਵੇਖ ਕੇ ਉਹਨੂੰ ਕੋਈ ਦੁਖੀ ਕਰੇ ਤੇ ਕਹਿੰਦੇ ਉਹ ਵੀ ਦਰਗਾਹ ਵਿੱਚ ਸੁਖੀ ਨਹੀਂ ਹੁੰਦਾ। ਕਿਸੇ ਨੂੰ ਦੁੱਖ ਦੇਣਾ ਇਹ ਵੀ ਚੰਗੀ ਗੱਲ ਨਹੀਂ ਹੈ। ਦ੍ਰਿਪ ਮਾਇਕ ਜੋ ਕਰਹਿ ਸੋ ਭਾਵੈ ਸੋ ਸੇਵਕ ਤਿਸ ਤੇ ਸੁਖ ਪਾਵੈ। ਜਿਹੜਾ ਪ੍ਰਭੂ ਪਰਮਾਤਮਾ ਵਾਹਿਗੁਰੂ ਪਾਤਸ਼ਾਹ ਦੇ ਹੁਕਮ 'ਚ ਰਹਿੰਦਾ ਨਾ, ਉਹੀਓ ਸੇਵਕ ਉਹਨੂੰ ਚੰਗਾ ਲੱਗਦਾ ਹੈ। ਜੇ ਮਹਿ ਪਤ ਕ੍ਰਿਤ ਮਹਿ ਦੇ ਦੋਸ਼ ਰਿਸੈ ਤਾਹੇ ਪਰ ਲਖੈ ਬਿਹੋਸ਼। ਤੇ ਕਹਿੰਦੇ ਜਿਹੜਾ ਬੰਦਾ ਉਹ ਪਰਮਾਤਮਾ ਦੇ ਕੀਤੇ ਦੇ ਉੱਤੇ ਦੋਸ਼ ਕਰਦਾ ਹੈ ਨਾ, ਉਹਨੂੰ ਸਮਝ ਨਹੀਂ ਆ, ਮੂਰਖ ਹੈ ਉਹ। ਇਉਂ ਸਾਧ ਸੰਗਤ ਭਾਈ ਭਿਖਾਰੀ ਨੇ ਉਹ ਗੁਰਮੁਖ ਨੂੰ ਦੱਸਿਆ। ਭਾਈ ਗੁਰਮੁਖ ਨੇ ਅੱਗੇ ਪੁੱਛਿਆ ਕਿ ਇਹ ਨੂੰਹ ਦਾ ਕੀ ਕਰਮ ਹੈ, ਐਸਾ ਕਿਹੜਾ ਦੋਸ਼ ਹੈ। ਫਿਰ ਇਹਨੇ ਅੱਗੇ ਦੱਸਿਆ ਕਿ ਇਹ ਮੇਰਾ ਪੁੱਤਰ ਸੀ ਨਾ ਜਿਹੜਾ ਪਿਛਲੇ ਜਨਮ 'ਚ ਤਪੱਸਵੀ ਸੀ ਕੋਈ। ਇੱਕ ਵਾਰ ਇਹ ਭਿਕਸ਼ਾ ਮੰਗਣ ਗਿਆ, ਇਸ ਲੜਕੀ ਨੇ ਉਹਦੀ ਕਹਿ ਲਓ ਕਿ ਭਗਤੀ ਦੇ ਵਿੱਚ ਭੰਗਣਾ ਪਾਉਣ ਦਾ ਬੜਾ ਯਤਨ ਕੀਤਾ, ਪਰ ਇਹ ਮੇਰਾ ਪੁੱਤਰ ਜੋ ਸਾਧੂ ਸੀ ਉਹ ਕਿਸੇ ਨਾ ਕਿਸੇ ਤਰੀਕੇ ਛੁਟਕਾਰਾ ਪਾ ਕੇ ਜੰਗਲਾਂ 'ਚ ਚਲਾ ਗਿਆ। ਇਹ ਦੋਵੇਂ ਮਰ ਗਏ, ਲੜਕਾ ਵੀ ਮਰ ਗਿਆ, ਲੜਕੀ ਵੀ ਮਰ ਗਈ ਕਿਸੇ ਤਰੀਕੇ। ਸੰਸਕਾਰ ਰਹਿ ਗਏ ਪਿਛਲੇ, ਤੇ ਉਹ ਸੰਸਕਾਰਾਂ ਦੇ ਤਹਿਤ ਇਹਨਾਂ ਦਾ ਹੁਣ ਮੇਲ ਹੋਇਆ ਹੈ। ਪਰ ਹੈ ਸੀ ਬਿਲਕੁਲ ਵਾਸ਼ਨਾ ਮਾਤਰ, ਉਹ ਪੂਰੀ ਹੋਈ ਤੇ ਉਹ ਕਰਮ ਨੂੰ ਭੋਗਣ ਵਾਸਤੇ ਇਹ ਆਏ ਨੇ। ਬਾਕੀ ਜੀਵਾਂ ਦਾ ਇਹ ਸੰਜੋਗ ਵਿਜੋਗ ਧੁਰੋਂ ਹੀ ਲਿਖਿਆ ਹੋਇਆ। ਗੁਰਸਿੱਖ ਹੈ ਜਿਹੜਾ ਉਹ ਭਾਣੇ ਵਿੱਚ ਰਹਿੰਦਾ ਹੈ। ਇਉਂ ਭਾਈ ਭਿਖਾਰੀ ਨੇ ਦੱਸਿਆ। ਕਿਵੇਂ ਫਿਰ ਅੱਗੇ ਇਹ ਭਾਈ ਗੁਰਮੁਖ ਵਾਪਸ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਭਾਈ ਭਿਖਾਰੀ ਦੀ ਗੱਲ ਦੱਸਦਾ ਹੈ, ਤੇ ਜੋ ਕੁਝ ਹੋਏਗਾ ਉਹ ਇਤਿਹਾਸ ਆਉਣ ਵਾਲੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ।
तो जितनियां भी संगतां गुरुद्वारा साहिब पातशाही 10वीं नाढा साहिब विखे हाज़र होईयां, सबनां नूं जियो आਇਆਂ ਨੂੰ। अज होले महल्ले का खालसा ही जाहो जलाल का प्रतीक होले महल्ले का साध संगत जी त्यौहार है। ये होले महल्ले का जिहड़ा त्यौहार है, गुरु कलगीधर महाराज ने खालसा पंथ के साजण तो बाद 1699 ਨੂੰ खालसे पंथ की साजना हुई। 1701 ਦੇ ਵਿੱਚ ਪਹਿਲੀ ਵਾਰ गुरु कलगीधर महाराज ने होले महल्ले मनाउण दी जो खालसे पंथ अंदर पिरत पाई है। साध संगत होले महल्ले का भाव है हल्ला जाए हल्ला। फारसी ਅਤੇ ਅਰਬੀ ਵਿੱਚ ਵਰਤਿਆ ਜਾਣ ਵਾਲੇ ਸ਼ਬਦ ਹਨ। ਇਸ ਦਿਨਾਂ ਦੇ ਉੱਤੇ गुरु गोबिंद सिंह महाराज मनसूई खेडां कराउंदे सन। भाव कि एक दूजे दोवें पासे तो फौजां तैयार करके एक जना हमला करदा, दूजे जने हमला रोकते, फिर वो हमला करते, फिर वो हमला रोकते सन। इउं महाराज साहब सच्चे पातशाह ने ये शास्त्रां दे सत्कार दा कह लो स्वयं अपनी अणख अपनी कह लो अपनी गौर जो अपनी गैरत हुंदी है उन्होंने सामण का प्रतीक ये पावन होला महल्ला खालसे दे जाहो जलाल दा है। सो इस दिन पूरी दुनिया दे विच जिथे किते भी गुरु का सिख वसदा है इस दिन नूं बड़ी शरधा नाल मनाउंदा है। आम लोकी रंगा रुंगा नूं सिट के एक दूजे दे उत्ते मनाउंदे हुंदे सन। अज भी हरियाणे विच यूपी विच इन्ने भैड़े तरीके नाल होली मनाई जाती है कि मैं पढ़ के हैरान रह गया। एक जगह डांग मार होली, मैं क्या भी ये किदां दी होई? कहंदे जी एक दूजे दे डांगा मारते हैं। एक जगह सुन के हैरान हो गया जुत्ती मार होली, मैं क्या की होया? कहंदे जी जुत्तियां मारदे एक दूजे दे। आ यूपी दे विच कई थाई मस्जिदां दे उत्ते कपड़े ला दिते कि लोकी चिक्कड़ सुੱਟਦੇ एक दूजे दे उत्ते भी किते चिक्कड़ घरां च ना चला जाए। गुरु साहब ने ये इस तरह का सानू नहीं दसिया। महाराज ने आख्या लोकां दी होली होएगी, सतगुर कीनो बचन अमोला, औरन की होली मम होला। लोकी होली मनाउंदे आ, साडा होला है। लोकी चिक्कड़ सुੱਟਦੇ आ, डंडे मारदे आ। गुरु साहब दे समय ते सिंह गुलाल वरतदे सन, अंबरो अंबीरी इत्यादक वरतदे सन, धूड़ा वरतदे सन। एक कैमिकल ਜਾਂ मिट्टी घट्टा ਜਾਂ चिक्कड़ नहीं सन, गंदगी नहीं सी सुੱਟਦੇ ਤੇ ਸ਼ਸਤਰਾਂ ਦਾ ਅਦਬ ਸਤਕਾਰ ਤੇ ਸ਼ਸਤਰਾਂ ਦੀ ਕਹਿ ਲੋ ਕਿ ਸਾਧ ਸੰਗਤ ਜੀ ਪ੍ਰਦਰਸ਼ਨੀ ਕੀਤੀ ਜਾਂਦੀ ਸੀ। ਤਾਂ ਇਹ ਇਸ ਤਰ੍ਹਾਂ ਦਾ ਹੋਲਾ ਮਹੱਲਾ ਅੱਜ ਆਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਭਾਵੇਂ ਕਿ ਸਰਕਾਰਾਂ ਦਾ ਇੱਕ ਨਿਆਣਾ ਰੱਖਿਆ ਹੋਇਆ ਜਿਹਨੂੰ ਕਰੋਨਾ ਕਹਿੰਦੇ ਆ, ਉਹ ਜਿੱਥੇ ਜੀ ਕਰਦਾ ਉੱਥੇ ਫਿੱਟ ਕਰ ਦਿੰਦੇ ਆ, ਜਿੱਥੇ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਖਿਲਾਫ ਹੈ ਕੰਮ। ਉਹਨਾਂ ਨੇ ਆਨੰਦਪੁਰ ਸਾਹਿਬ ਫਿੱਟ ਕਰਨਾ ਚਾਹਿਆ, ਕੀਤਾ ਵੀ। ਰੋਪੜ ਦੇ ਡੀਸੀ ਮੈਡਮ ਨੇ ਉਹਨਾਂ ਤੋਂ ਬਿਆਨ ਦਵਾਇਆ ਸਰਕਾਰ ਨੇ ਕਿ ਜਿਹੜਾ ਵੀ ਬੰਦਾ ਆਨੰਦ ਹੋਲੇ ਮਹੱਲੇ ਤੇ ਜਾਏਗਾ ਆਪਣਾ ਜੀ ਕਰੋਨਾ ਟੈਸਟ ਕਰ। ਤੁਹਾਡੀਆਂ ਰੈਲੀ ਤੁਹਾਡੇ ਜਿੰਨਾ ਜੋ ਮਰਜ਼ੀ ਹੋਵੇ ਉੱਥੇ ਕਿਸੇ ਨੂੰ ਕਰੋਨਾ ਨਹੀਂ, ਪਰ ਗੁਰਦੁਆਰੇ ਜਾਣ ਨਾਲ ਕਰੋਨਾ ਹੋ ਜਾਏਗਾ। पर फिर भी सिंह साहिबान यानी रघुवीर सिंह जी जथेदार तख्त श्री केसगढ़ साहिब, समुची मैनेजमेंट ने, श्रोमणी गुरुद्वारा प्रबंधक कमेटी के अहुदेदारां ने संगतां नूं बहुत वधिया तरीके नाल बेनतियां कीतियां। सरकार नूं भी आख्या अते उत्थे दे प्रशासन नूं भी आख्या कि इस तरह दीयां जो तुसीं हुल्लड़बाजियां करदे ना वो गलत है। पिछले साल भी इन्हां ने कीता, होले महल्ले के उत्ते आईयां संगतां नूं इन्ना गुमराह किया कि होले महल्ले च करोना आ गया। इन्हां ने सैकड़े बंदियां दे टेस्ट कराए, पर गुरु कलगीधर महाराज की कृपा नाल जिहड़ा कोई बंदा आनंदपुर साहब चला गया वो बंदे दे पिंड विच भी करोना नहीं होया। साथ साथ महाराज ने कृपा की। उस तो पिछले साल भी सरकार ने अज आ होला महल्ला उदों पिछला उदों भी प्रशासन ने आख्या जी घोड़ियां च एक बीमारी है, तुहाडे तक गल नहीं पहुँची, मैं उत्थे सी, मैं वो गल नूं सारी नूं जाणदा। जथेदार नूं जी नूं आख्या गया घोड़ियां नूं बीमारी लगी है जी, होले महल्ले ते ऐतकी घोड़े नहीं बढ़न देंगे असीं।
ਜਥੇਦਾਰ ਜੀ ਕਹਿੰਦੇ ਜੇ ਘੋੜਿਆਂ ਨੂੰ ਬਿਮਾਰੀ ਲੱਗੀ ਹੈ ਤੇ ਹੋਲਾ ਮਹੱਲਾ ਘੋੜਿਆਂ ਨਾਲੇ ਤਾਂ ਮਹੱਲਾ ਖੇਡਿਆ ਜਾਏਗਾ, ਘੋੜਿਆਂ ਬਿਨਾਂ ਕਾਹਦਾ। ਜਿਹੜੀ ਬਿਮਾਰੀ ਆ ਉਹ ਬਿਮਾਰੀ ਤੁਸੀਂ ਦੇਖੋ ਤੇ ਬਿਮਾਰਾਂ ਦੀ ਚੈਕਿੰਗ ਕਰੋ, ਜਿਹੜੇ ਕਿਸੇ ਘੋੜੇ ਨੂੰ ਕੋਈ ਬਿਮਾਰੀ ਆ ਉਹਦਾ ਇਲਾਜ ਕਰੋ। ਪਰ ਹੋਲੇ ਮਹੱਲੇ ਤੇ ਘੋੜੇ ਜ਼ਰੂਰ ਆਉਣਗੇ। ਜਦੋਂ ਜਥੇਦਾਰ ਜੀ ਨੇ ਸਖਤ ਸਟੈਂਡ ਲਿਆ ਤੇ ਸਾਧ ਸੰਗਤ ਜੀ ਤਾਂ ਹੋਲਾ ਮਹੱਲਾ ਪਿਛਲੇ ਤੋਂ ਪਿਛਲੇ ਸਾਲ ਮਨਾਇਆ ਗਿਆ। ਸੋ ਮੈਂ ਇਹ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਰਕਾਰਾਂ ਦੀ ਨੀਅਤ ਠੀਕ ਨਹੀਂ ਲੱਗਦੀ, ਨਹੀਂ ਤੇ ਐਸੇ ਗੁਰਸਿੱਖ ਜੋ ਸਰਬੱਤ ਦੇ ਭਲੇ ਦੇ ਕਾਰਜ ਕਰਦੇ ਆ, ਖਾਲਸੇ ਦੇ ਜਾਹੋ ਜਲਾਲ ਦਾ ਪ੍ਰਤੀਕ, ਇਹ ਖਾਲਸਾਈ ਤਿਉਹਾਰ ਹੋਲਾ ਮਹੱਲਾ ਇਹਨਾਂ ਸਰਕਾਰਾਂ ਦੀਆਂ ਅੱਖਾਂ 'ਚ ਇੰਨਾ ਰੜਕਦਾ ਹੈ। ਮੈਂ ਤੇ ਬੇਨਤੀ ਕਰਦਾ ਕਿ ਸਾਧ ਸੰਗਤ ਵੱਧ ਤੋਂ ਵੱਧ ਸੰਗਤਾਂ ਐਸੇ ਪਾਵਨ ਸਥਾਨਾਂ ਉੱਤੇ ਔਰ ਐਸੇ ਖਾਲਸਾਈ ਤਿਉਹਾਰਾਂ 'ਤੇ ਪਹੁੰਚਿਆ ਕਰੋ। ਬਹੁਤ ਸੰਗਤਾਂ ਪਹੁੰਚੀਆਂ ਨੇ, ਹੁਣ ਵੀ ਇਸ ਸਾਲ ਵੀ ਬਹੁਤ ਵੱਡੇ ਪੱਧਰ 'ਤੇ ਇਕੱਠ ਹੋਇਆ ਔਰ ਸੰਗਤਾਂ ਨੇ ਹਾਜ਼ਰੀ ਲਵਾਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਈਏ। ਜਿਹੜੀਆਂ ਸੰਗਤਾਂ ਪਹੁੰਚੀਆਂ ਉੱਥੇ ਉਹਨਾਂ ਦਾ ਧੰਨਵਾਦ। ਉੱਥੇ ਨਹੀਂ ਪਹੁੰਚ ਸਕੇ, ਨਾਢਾ ਸਾਹਿਬ ਆ ਗਏ, ਜਿਹੜੇ ਜਿਹੜੇ ਸਥਾਨਾਂ 'ਤੇ ਪਹੁੰਚ ਸਕਦੇ ਸੀ ਉੱਥੇ ਪਹੁੰਚੇ। ਸਭਨਾਂ ਨੂੰ ਜੀਓ ਆਇਆਂ ਨੂੰ। ਆਨੰਦਪੁਰ ਸਾਹਿਬ ਵੀ ਆਪਣੀ ਨਗਰੀ ਆ ਗੁਰੂ ਕੀ, ਆਪਣੀਆਂ ਹਾਜ਼ਰੀਆਂ ਵੱਧ ਤੋਂ ਵੱਧ ਲਵਾਓ। ਸਮੂਹ ਖਾਲਸੇ ਪੰਥ ਨੂੰ, ਸੰਗਤਾਂ ਨੂੰ ਹੋਲੇ ਮਹੱਲੇ ਦੇ ਖਾਲਸਾਈ ਤਿਉਹਾਰ ਦੀਆਂ ਬੇਅੰਤ ਬੇਅੰਤ ਵਧਾਈਆਂ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।